ਕੌਮੀ ਆਵਾਜ਼ ਅਤੇ KTV ਨੂੰ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਅਸੀਂ ਜੀਵਨ ਨੂੰ ਕਹਿੰਦੇ ਹਾਂ। ਨਿੱਘੀ ਫਤਿਹ ਦੀ ਸਾਂਝ ਪਾਉਂਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਡੇ ਨਾਲ ਨੇ ਪੱਤਰਕਾਰ ਜਸਵੀਰ ਸਿੰਘ। ਅੱਜ ਮੈਂ ਤੇ ਜਸਵੀਰ ਸਿੰਘ ਲਾਲਾ ਲਾਜਪਤ ਰਾਏ ਜੀ ਨੂੰ ਯਾਦ ਕਰਨ ਦੀ ਕੋਸ਼ਿਸ਼ ਕਰਾਂਗੇ। ਅੱਜ ਦੇ ਦਿਨ 17 ਨਵੰਬਰ 1928 ਨੂੰ ਉਹ ਇਸ ਸੰਸਾਰ ਨੂੰ ਅਲਵਿਦਾ ਕਹਿ ਗਏ ਸੀ। ਅੱਜ ਦੀ ਇਸ ਗੱਲਬਾਤ ਦੇ ਵਿੱਚ ਅਸੀਂ ਪੜਚੋਲ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਲਾਲਾ ਲਾਜਪਤ ਰਾਏ ਸ਼ਹੀਦ ਸੀ ਜਾਂ ਨਹੀਂ। ਕੁਝ ਤੱਥਾਂ ਦੇ ਆਧਾਰ ਦੇ ਉੱਤੇ ਆਪਾਂ ਗੱਲਾਂ ਕਰਾਂਗੇ। ਜਸਵੀਰ ਸਿੰਘ ਵੀ ਇਹਦੇ ਵਿੱਚ ਇਨਪੁੱਟ ਪਾਉਣਗੇ, ਥੋੜ੍ਹੀ ਬਹੁਤ ਇਨਪੁੱਟ ਮੈਂ ਵੀ ਪਾਊਂਗਾ। ਤੁਹਾਡੀ ਵੀ ਜੇਕਰ ਕੋਈ ਇਨਪੁੱਟ ਹੋਈ ਉਹ ਟਿੱਪਣੀ ਦੇ ਰੂਪ ਦੇ ਵਿੱਚ ਕਰ ਸਕਦੇ ਹੋ ਤੇ ਅਸੀਂ ਉਹਨੂੰ ਸਾਂਝੀ ਕਰਨ ਦੀ ਕੋਸ਼ਿਸ਼ ਕਰਾਂਗੇ। ਜਸਵੀਰ ਸਿੰਘ ਜੀ, ਅੱਜ ਦੇ ਦਿਨ ਲਾਲਾ ਲਾਜਪਤ ਰਾਏ ਨੂੰ ਪੰਜਾਬ ਦੇ ਮੁੱਖ ਮੰਤਰੀ ਦੇ ਵੱਲੋਂ, ਪ੍ਰਧਾਨ ਮੰਤਰੀ ਦੇ ਵੱਲੋਂ ਜਾਂ ਹੋਰ ਜਿਹੜੇ ਲੀਡਰ ਨੇ ਓਪੋਜੀਸ਼ਨ ਵੱਲੋਂ, ਸਾਰਿਆਂ ਵੱਲੋਂ ਸ਼ਰਧਾਂਜਲੀਆਂ ਭੇਟ ਕੀਤੀਆਂ ਨੇ, ਯਾਦ ਕੀਤਾ ਜਾਂਦਾ ਗਾ। ਸੋ ਚੰਨੀ ਹੋਰਾਂ ਨੇ ਕੀ ਲਾਲਾ ਲਾਜਪਤ ਰਾਏ ਨੂੰ ਸ਼ਰਧਾਂਜਲੀ ਭੇਂਟ ਕਰਕੇ ਲਿਖਿਆ ਗਾ ਜਾਂ ਕੀ ਕਹਿਣਾ ਲੀਡਰਾਂ ਦਾ ਅੱਜ ਦੇ ਦਿਨ ਦੇ ਬਾਰੇ? ਹਾਂਜੀ, ਬਿਲਕੁਲ। ਲਾਜਪਤ ਰਾਏ ਲਾਲਾ ਜੀ, ਜਿਨ੍ਹਾਂ ਨੂੰ ਆਜ਼ਾਦੀ ਘੁਲਾਟੀਆਂ ਦੇ ਵਿੱਚ ਕਹਿ ਕੇ ਜਿਹੜਾ ਹੈਗਾ ਉਹ ਯਾਦ ਕੀਤਾ ਹੈਗਾ। ਤੇ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਵੀ ਜਿਹੜਾ ਉਹ ਪੋਸਟ ਜਿਸ ਤਰ੍ਹਾਂ ਬਾਕੀ ਦਿਨ ਤਿਉਹਾਰਾਂ ਤੇ ਪਾਉਂਦੇ ਪਾਈ ਹੈ, ਤਾਂ ਉਹਨਾਂ ਨੇ ਕਿਹਾ ਵੀ ਆਜ਼ਾਦੀ ਦੀ ਲਹਿਰ 'ਚ ਵੱਡਾ ਤੇ ਅਣਮੁੱਲਾ ਯੋਗਦਾਨ ਪਾਉਣ ਵਾਲੇ ਪੰਜਾਬ ਕੇਸਰੀ ਲਾਲਾ ਲਾਜਪਤ ਰਾਏ ਦੀ ਬਰਸੀ ਮੌਕੇ ਉਹਨਾਂ ਨੂੰ ਸ਼ਰਧਾਂਜਲੀ ਭੇਟ ਕਰਦਾ ਤੇ ਨਾਲ ਕਿਹਾ ਵੀ ਅੱਜ ਜੋ ਆਜ਼ਾਦੀ ਸਾਡੇ ਹਿੱਸੇ ਆਈ ਹੈ ਉਹ ਸਿਰਫ ਤੇ ਸਿਰਫ ਅਜਿਹੇ ਸਿਦਕੀ ਆਜ਼ਾਦੀ ਘੁਲਾਟੀਆਂ ਦੀ ਨਿਡਰ ਇਹ ਨਿਡਰ ਸ਼ਬਦ ਵੀ ਲਿਖਿਆ ਹੈਗਾ, ਸੋਚ ਸਦਕਾ ਹੀ ਆਈ ਹੈ, ਆਉਣ ਵਾਲੀ ਪੀੜ੍ਹੀ ਨੂੰ ਪ੍ਰੇਰਿਤ ਕਰੇਗੀ। ਤਾਂ ਇਹ ਉਹਨਾਂ ਨੇ ਸ਼ਬਦਾਵਲੀ ਲਿਖੀ। ਤਾਂ ਜਦੋਂ ਇਹ ਸ਼ਬਦਾਵਲੀ ਅਸੀਂ ਪੜ੍ਹਦੇ ਹਾਂ ਤਾਂ ਉਹਨਾਂ ਦੀ ਨਿਡਰਤਾ ਜਿਹੜੀ ਹੈ, ਸਾਡੇ ਤੋਂ ਬਹੁਤ ਸਾਰੇ ਸੂਝਵਾਨ ਜਿਹੜੇ ਪੰਜਾਬ ਦੇ ਚਿੰਤਤ, ਇਤਿਹਾਸ ਦੇ ਚਿੰਤਤ ਜਿਹੜੇ ਹੈਗੇ, ਉਹਨਾਂ ਨੇ ਕੁਛ ਉਹਨਾਂ ਦੇ ਸਮਕਾਲੀ ਇਤਿਹਾਸਕਾਰ ਆ ਜਿਹੜੇ ਪੁਰਾਤਨ ਜਿਹੜਾ ਕਿ ਕਿਤਾਬਾਂ ਦੇ ਵਿੱਚ ਕਿਤਾਬਚਿਆਂ ਦੇ ਵਿੱਚ ਕੁਛ ਹਵਾਲੇ ਮਿਲਦੇ ਵੀ ਕਿੰਨੇ ਕੁ ਨਿਡਰ ਸੀ ਉਹ, ਤੇ ਉਹਨਾਂ ਦੀ ਨਿਡਰਤਾ ਜੀ। ਬਿਲਕੁਲ। ਕੋਈ ਡਾਂਗਾਂ ਖਾ ਲੈਣੀਆਂ ਸਾਹਮਣੇ ਇੰਝ ਛਾਤੀ ਕਰਕੇ, ਜਸਵੀਰ ਸਿੰਘ ਜੀ, ਇਹ ਉਹਨਾਂ ਟਾਈਮਾਂ ਦੇ ਵਿੱਚ ਕੋਈ ਛੋਟੀ ਮੋਟੀ ਗੱਲ ਨਹੀਂ ਸੀ। ਅੱਜ ਕੱਲ੍ਹ ਤਾਂ ਇੱਥੇ ਕਿਸਾਨ ਗੋਲੀਆਂ ਵੀ ਖਾਈ ਜਾਂਦੇ ਆ। ਹੁਣ ਤਾਂ ਜਵਾਨਾ ਹੋਰ ਆ, ਬੰਦਾ ਗੋਲੀ ਖਾ ਸਕਦਾ ਆਰਾਮ ਦੇ ਨਾਲ। ਤੇ ਹੁਣ ਤਾਂ ਉਂਝ ਬੈਠ ਕੇ ਉਹਨਾਂ ਦੇ ਟੈਂਟਾਂ ਨੂੰ ਅੱਗ ਉੱਗ ਵੀ ਲਾ ਦਿੱਤੀ ਜਾਂਦੀ ਨੇ, ਹੋਰ ਬਹੁਤ ਸਾਰੀਆਂ ਚੀਜ਼ਾਂ। ਸੋ ਖਾਸ ਕਰ ਗੋਰੇ ਅਫਸਰ ਤੋਂ ਡਾਂਗ ਖਾਣਾ ਇਹ ਕਿੱਡੀ ਵੱਡੀ ਗੱਲ ਆ। ਇਹੀ ਨਿਡਰਤਾ ਜਿਹੜੀ ਹੈਗੀ ਆ ਉਹ ਹਰ ਵਾਰ ਜਿਹੜੇ ਭਾਰਤੀ ਲੀਡਰ ਹੈਗੇ ਆ ਉਹ ਵਾਰ-ਵਾਰ ਲਿਖਦੇ ਆ। ਤਾਂ ਗੁਰਤੇਜ ਸਿੰਘ ਜੀ, ਅਸੀਂ ਇਹਦੇ ਤੇ ਵੀ ਜਿਹੜਾ ਗੱਲਬਾਤ ਕਰਾਂਗੇ ਵੀ ਨਿਡਰਤਾ ਜਿਹੜੀ ਲਾਲਾ ਲਾਜਪਤ ਰਾਏ ਦੀ ਕਿੱਡੀ ਕੁ ਮਹਾਨ ਸੀ ਔਰ ਕਿਸ ਤਰ੍ਹਾਂ ਉਹਨਾਂ ਨੇ ਉਸੇ ਅੰਗਰੇਜ਼ ਸਰਕਾਰ ਨੂੰ ਚਿੱਠੀਆਂ ਲਿਖ ਕੇ ਲੜੀਆਂ ਕੱਢੀਆਂ ਵੀ ਮੈਨੂੰ ਮਾਫ਼ ਕੀਤਾ ਜਾਵੇ, ਜਾਂ ਕਿਸ ਤਰੀਕੇ ਦੇ ਨਾਲ ਸਭ ਕੁਛ ਸੀਗਾ। ਕਿਉਂਕਿ ਅਸਲ 'ਚ ਕਹਾਣੀ ਪਤਾ ਕੀ ਹੈ, ਜਿਸ ਮੋੜ ਤੇ ਇਸ ਵਕਤ ਭਾਰਤੀ ਜਿਹੜੇ ਹਾਲਾਤ ਖਲੋਤੇ ਆ, ਉੱਥੇ ਤੇ ਵੀਰ ਸਵਰਕਰ ਵਰਗੇ ਨੂੰ ਜਿਹੜਾ ਹੈਗਾ ਉਹ ਵੱਡੇ ਅਵਾਰਡ ਜਿਹੜੇ ਦੇਣ ਦੀ ਮੰਗ ਜਿਹੜੇ ਸੰਘੀ ਕਰ ਰਹੇ ਆ, ਤਾਂ ਉੱਥੇ ਫਿਰ ਲਾਲਾ ਲਾਜਪਤ ਰਾਏ ਵੀਰ ਸਵਰਕਰ ਨਾਲ ਤਾਂ ਇੱਕ ਹੀ ਹੈ ਨਾ, ਉਹ 19 ਹੁਣ। ਤੇ ਇਹ ਹੈ ਕਹਾਣੀ ਇੱਥੇ। ਬੇਸ਼ੱਕ ਇੱਥੇ ਕਰਤਾਰ ਸਿੰਘ ਸਰਾਭੇ ਹੋਣਾ ਬਾਰੇ ਜਿਹੜੇ ਇਹਨਾਂ ਦੀਆਂ ਕਲਮਾਂ ਰੁਕ ਜਾਣ, ਭਾਰਤੀ ਹਕੂਮਤ ਜਿਹੜੀ ਆ ਉਹਨਾਂ ਨੂੰ ਸ਼ਹੀਦ ਮੰਨਣ ਤੋਂ ਵੀ ਇਨਕਾਰ ਕਰੇ, ਤਾਂ ਉੱਥੇ ਜਿਨ੍ਹਾਂ ਨੇ ਮਹਿਜ਼ ਇਸ ਤਰੀਕੇ ਦੇ ਨਾਲ ਸਿੱਖਾਂ ਦੇ ਖਿਲਾਫ, ਕਿਉਂਕਿ ਅੱਜ ਜਿਹੜੀ ਅਸੀਂ ਉਹ ਗੱਲ ਕਰਨੀ ਹੈ, ਬੀਤੇ 2 ਦਿਨ ਪਹਿਲਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ 100 ਸਾਲਾ ਵਰ੍ਹੇਗੰਢ ਮਨਾਈ ਹੈ। 101 ਸਾਲ ਉਹਨਾਂ ਨੂੰ ਹੋ ਗਏ ਆ। ਅਕਾਲੀ ਦਲ ਨੂੰ ਵੀ 100 ਸਾਲ ਹੋ ਗਏ, ਸ਼੍ਰੋਮਣੀ ਕਮੇਟੀ ਇਹ ਮਨਾ ਰਹੇ ਆ। ਤਾਂ ਉਹਨਾਂ ਦਿਨਾਂ ਦੇ ਵਿੱਚ ਅਸੀਂ ਇਹ ਵੀ ਯਾਦ ਕਰਾਂਗੇ ਵੀ ਜਦੋਂ ਸ਼੍ਰੋਮਣੀ ਕਮੇਟੀ ਬਣੀ ਉਦੋਂ ਲਾਲਾ ਲਾਜਪਤ ਰਾਏ ਵਰਗੇ, ਜਿਨ੍ਹਾਂ ਨੂੰ ਅੱਜ ਪੰਜਾਬ ਦੀ ਵੱਡੀ ਜਿਹੜੀ ਚਿਹਰਾ ਹੈਗਾ, ਵੱਡੀ ਪਦਵੀ, ਬੜੇ ਮਾਣ ਸਤਿਕਾਰ ਦੇ ਨਾਲ ਯਾਦ ਕਰ ਰਹੀ, ਤੇ ਇਹਨਾਂ ਦਾ ਸਾਡੇ ਇਤਿਹਾਸ 'ਚ ਯੋਗਦਾਨ ਕੀ ਹੈ। ਬਹੁਤ ਸਾਰੇ ਕਿਉਂਕਿ ਚਰਨਜੀਤ ਸਿੰਘ ਚੰਨੀ ਵੀ ਸਿੱਖ ਪਰਿਵਾਰ 'ਚੋਂ ਹੈਗੇ ਆ, ਤਾਂ ਸਿੱਖਾਂ ਦੇ ਜਿਹੜਾ ਕਿ ਸਾਡੇ ਇਤਿਹਾਸ ਦੇ ਨਾਲ, ਔਰ ਉਹ ਇਤਿਹਾਸ ਜਦੋਂ ਸਿੱਖਾਂ ਨੇ ਗੁਰਧਾਮ ਆਜ਼ਾਦ ਕਰਵਾਏ ਮਹੰਤਾਂ ਤੋਂ, ਉਹਦੇ 'ਚ ਕਿੰਨਾ ਕੁ ਯੋਗਦਾਨ ਆ, ਇਹਦੇ ਤੇ ਅਸੀਂ ਕੁਝ ਜਿਹੜੇ ਹੈਗੇ ਆ ਉਹ ਨੁਕਤੇ ਇੱਥੇ ਸਾਂਝੇ ਕਰਾਂਗੇ ਅੱਜ। ਬਿਲਕੁਲ। ਦੇਖੋ ਜਸਵੀਰ ਸਿੰਘ ਜੀ, ਅੱਜ ਦੀ ਜਿਹੜੀ ਦੁਨੀਆ ਗੀ, ਇਸ ਦੇ ਵਿੱਚ ਤੱਥ ਲੱਭਣੇ ਕੋਈ ਔਖੇ ਨਹੀਂ ਨੇ। ਇੰਟਰਨੈਟ ਦੇ ਉੱਤੇ ਮੌਜੂਦ ਆ, ਤੁਹਾਨੂੰ ਸਿੰਗਲ ਸਰਚ ਦੇ ਉੱਤੇ ਜਿਹੜੇ ਵੀ ਤੱਥ ਮੌਜੂਦ ਨੇ, ਸਹੀ ਨੇ, ਉਹ ਲੱਭ ਜਾਂਦੇ ਨੇ। ਬਹੁਤ ਕੁਛ ਫੇਕ ਵੀ ਲੱਭ ਜਾਂਦਾ ਹੈ, ਪਰ ਤੁਸੀਂ ਆਪਣੀ ਵਿਵੇਕ ਬੁੱਧੀ ਦੇ ਨਾਲ ਸੱਚ ਲੱਭ ਲੈਂਦੇ ਹੋ, ਚੀਜ਼ਾਂ ਆਸਾਨੀ ਨਾਲ ਲੱਭ ਜਾਂਦੀਆਂ ਨੇ। ਸੋ ਇੰਨਾ ਕੁਝ ਹੋਣ ਦੇ ਬਾਵਜੂਦ ਵੀ ਜਿਹੜੇ ਚਰਨਜੀਤ ਸਿੰਘ ਚੰਨੀ ਵਰਗੇ ਜਿਹੜੇ ਹੁਣ CM ਆ ਪੰਜਾਬ ਦਾ, ਚਲੋ ਹੁਣ ਇਹ ਆ, ਉਦੋਂ ਪਹਿਲਾਂ ਹੋਰ ਸੀਗੇ, ਉਹ ਇਹਨਾਂ ਦੀ ਜਿਹੜੀ ਮਜਬੂਰੀ ਆ ਉਹ ਸਾਨੂੰ ਸਮਝਣ ਦੀ ਲੋੜ ਆ, ਜਾਂ ਜਿਹੜੇ ਇਹ ਢਾਂਚੇ ਦੇ ਵਿੱਚ ਫਸੇ ਹੋਏ ਆ ਉਹ ਸਮਝਣ ਦੀ ਲੋੜ ਆ ਕਿ ਚਿੱਟੇ ਦੁੱਧ ਵਾਂਗੂ
ਪਤਾ ਗਾ ਕਿ ਲਾਲਾ ਲਾਜਪਤ ਰਾਏ ਆ ਜਿਹੜਾ, ਉਹ ਇੱਕ ਗਦਾਰ ਸੀ, ਉਹ ਕੋਈ ਯੋਧਾ ਨਹੀਂ ਸੀ, ਉਹ ਨਾ ਉਹ ਸ਼ਹੀਦ ਆ, ਉਹ ਸ਼ੱਕੀ ਸ਼ਹੀਦ ਆ। ਜਿਸ ਤਰ੍ਹਾਂ ਰਾਜਵਿੰਦਰ ਸਿੰਘ ਰਾਹੀ ਹੋਣਾ ਨੇ ਲਿਖਿਆ ਸੀ ਕਿ ਲਾਲਾ ਲਾਜਪਤ ਰਾਏ ਦੀ ਜਿਹੜੀ ਸ਼ਹਾਦਤ ਆ ਉਹ ਸ਼ੱਕੀ ਆ। ਤੇ ਉਹਨਾਂ ਨੇ ਪਹਿਲਾਂ ਇੱਕ ਸਵਾਲ ਖੜਾ ਕੀਤਾ, ਰਾਜਵਿੰਦਰ ਸਿੰਘ ਰਾਹੀ ਹੋਰਾਂ ਨੇ। ਬੱਬੂ ਮਾਨ ਦਾ ਗੀਤ ਆਇਆ ਸੀ, ਜੇਕਰ ਤੁਹਾਨੂੰ ਉਹ ਗੀਤ ਦੇ ਬੋਲ ਯਾਦ ਹੋਣ ਕੋਈ, ਜਸਵੀਰ ਸਿੰਘ ਜੀ, ਮੈਂ ਥੋੜੇ ਘੱਟ ਯਾਦ ਰੱਖਦਾ, ਤੁਸੀਂ ਉਹ ਦੁਹਰਾ ਦਿਓ ਉਹ ਜ਼ਰੂਰ। ਉਹ ਇਦਾਂ ਸੀ ਕੁਛ, ਡਾਂਗਾ ਨਾਲ ਨਹੀਂ ਮਰਿਆ ਉਹ, ਤੇ ਬੁਲਟ ਹਾਰਟ ਅਟੈਕ ਨਾਲ ਮਰਿਆ ਸੀ, ਇਦਾਂ ਕੁਛ ਏਦਾਂ ਦਾ ਸੀ ਕੋਈ ਸਮਥਿੰਗ। ਸੋ ਉੱਥੋਂ ਇਹ ਚਰਚਾ ਸ਼ੁਰੂ ਹੋਈ। ਰਾਜਵਿੰਦਰ ਸਿੰਘ ਰਾਹੀ ਨੇ ਬੜੇ ਸੋਹਣੇ ਇਹਦੇ ਉੱਤੇ ਲੇਖ ਲਿਖੇ। ਉਹਨਾਂ ਨੇ ਇਹਨਾਂ ਨੂੰ ਸ਼ਹਾਦਤ ਤੇ ਪਹਿਲਾਂ ਸ਼ੱਕ ਕਰਕੇ ਬਾਅਦ ਚ ਉਹਨਾਂ ਨੇ ਸਪਸ਼ਟ ਕੀਤਾ ਕਿ ਇਹ ਸ਼ਹਾਦਤ ਨਹੀਂ, ਇਹ ਇੱਕ ਆਮ ਮੌਤ ਸੀ। ਜਿਵੇਂ ਬੰਦਾ ਕੋਈ ਹਾਰਟ ਅਟੈਕ ਦੇ ਨਾਲ ਮਰ ਜੇ, ਠੀਕ ਆ, ਉਹਦਾ ਅਕਾਲ ਚਲਾਣਾ ਹੋ ਜਾਂਦਾ, ਜਿਹੜੇ ਉਹਦੇ ਪਿਆਰੇ ਹੁੰਦੇ ਆ ਉਹਨਾਂ ਤੋਂ ਦੂਰ ਚਲਾ ਜਾਂਦਾ। ਤੇ ਵੈਸੇ ਇੱਥੇ ਜਿਹੜੇ ਪਿਆਰੇ ਸ਼ਬਦ ਕਹਿਣ ਵਾਲੀ ਪੜਚੋਲ ਆ ਨਾ, ਇਹ ਵੀ ਡਾਕਟਰ ਗੁਰਵਿੰਦਰ ਸਿੰਘ ਹੋਰਾਂ ਨੇ, ਜਿਹੜੇ ਪੱਤਰਕਾਰ ਨੇ ਕੈਨੇਡਾ ਦੇ ਵਿੱਚ, ਉਹਨਾਂ ਨੇ ਬੜੇ ਸੋਹਣੇ ਤਰੀਕੇ ਦੇ ਨਾਲ ਕੀਤੀ ਸੀ, ਭਗਤ ਪੂਰਨ ਸਿੰਘ ਜੀ ਦੇ ਹਵਾਲੇ ਦੇ ਨਾਲ। ਜਦੋਂ ਲਾਲੇ ਦਾ ਸੰਸਕਾਰ ਕਰਨਾ ਸੀਗਾ, ਉੱਥੇ ਜਿਹੜੇ ਲਾਲੇ ਦੇ ਪਰਿਵਾਰ ਦੇ ਜੀ ਸੀਗੇ ਉਹ ਵੀ ਉੱਥੇ ਬੈਠੇ ਸੀ। ਰਾਤ ਨੂੰ ਪੁਰਾਣੇ ਸਮੇਂ ਦੇ ਵਿੱਚ ਬੈਠਦੇ ਹੁੰਦੇ ਸੀ ਸੰਸਕਾਰ ਵਾਲੀ ਦੇਹ ਦੇ ਕੋਲ, ਕਿ ਕੋਈ ਕੁੱਤਾ ਬਿੱਲਾ ਨਾ ਖਾ ਜੇ ਜਾਂ ਹੋਰ ਕੋਈ ਚਲਦੀ ਜਿਹਨੂੰ ਕੁਕੜੀਸ ਕੇ ਨਾ ਲੈ ਜੇ। ਸੋ ਉੱਥੇ ਉਹ ਬੈਠੇ ਲਾਲੇ ਦੀ ਦੇਹ, ਉਦੋਂ ਵਾਲੇ ਅੱਧੀ ਸਵਾਹ ਪਈ ਹੋਈ ਜਾਂ ਜਿਵੇਂ ਵੀ, ਉਹ ਬੈਠੇ ਮਜ਼ਾਕ ਕਰੀ ਜਾਂਦੇ ਸੀਗੇ। ਤੇ ਭਗਤ ਪੂਰਨ ਸਿੰਘ ਦੀ ਵੀ ਦੇ ਉੱਥੇ ਡਿਊਟੀ ਨਿਭਾ ਰਹੇ ਸੀ, ਕਿਉਂਕਿ ਇਹਨਾਂ ਨੂੰ ਸੀਗਾ ਇੱਕ ਵੱਡੇ ਲੀਡਰ ਆ। ਸੋ ਉਹ ਦੇਖਣ ਵੀ ਇਹ ਬੰਦੇ ਯਾਰ ਕੀ ਗੱਲਾਂ ਕਰੀ ਜਾਂਦੇ ਆ। ਬਾਅਦ ਚ ਭਗਤ ਪੂਰਨ ਸਿੰਘ ਨੂੰ ਛੱਡ ਕੇ ਚਲੇ ਗਏ, ਨਾ ਉੱਥੇ ਉਹਨਾਂ ਕੋਲ ਕੰਬਲ ਨਾ ਪਾਣੀ, ਉਹਨਾਂ ਨੂੰ ਸਾਰੀ ਰਾਤ ਠੰਡ ਲੱਗਦੀ ਰਹੀ। ਤੇ ਉਹਨਾਂ ਨੇ ਲਾਲੇ ਦੀ ਜਿਹੜੀ ਚਿਖਾ ਸੀਗੀ ਉਹਦੇ ਉੱਤੇ ਬਹਿ ਕੇ ਮਾੜੀ ਮੋਟੀ ਅੱਗ ਸੇਕੀ, ਤੇ ਉੱਥੋਂ ਵੀ ਕੁਝ ਚੀਜ਼ਾਂ ਨਿਕਲ ਕੇ ਆਈਆਂ ਕਿ ਲਾਲੇ ਨੂੰ ਬਿਮਾਰੀ ਕੀ ਸੀ। ਇਹ ਇੱਕ ਅਲੱਗ ਵਿਸ਼ਾ ਗਾ, ਆਪਾਂ ਫੇਰ ਇਹਦੇ ਤੇ ਚਰਚਾ ਕਰਾਂਗੇ। ਪਰ ਜਸਵੀਰ ਸਿੰਘ ਜੀ, ਕਿਉਂ ਫਿਰ ਇਹ ਇੰਨੇ ਤੱਥ ਹੋਣ ਦੇ ਬਾਵਜੂਦ ਵੀ, ਜਿਹੜੇ ਜਿਨ੍ਹਾਂ ਦੇ ਵਿੱਚ ਆਪਾਂ ਬਹੁਤ ਸਾਰੇ ਅੱਜ ਦਰਸ਼ਕਾਂ ਦੇ ਨਾਲ ਸਾਂਝੇ ਵੀ ਕਰਾਂਗੇ, ਤੇ ਇਹ ਜਿਹੜੇ ਅਸੀਂ ਆਪਾਂ ਤੱਥ ਸਾਂਝੇ ਕਰਾਂਗੇ ਜਸਵੀਰ ਸਿੰਘ ਜੀ, ਇਹ ਉਹਨਾਂ ਸ਼ਖਸੀਅਤਾਂ ਅਤੇ ਉਹਨਾਂ ਯੋਧਿਆਂ, ਉਹਨਾਂ ਸ਼ਹੀਦਾਂ ਦੇ ਨੇ ਜਿਨ੍ਹਾਂ ਦੇ ਉੱਤੇ ਤੁਸੀਂ ਕੋਈ ਉਂਗਲ ਨਹੀਂ ਚੱਕ ਸਕਦੇ। ਹਾਂ, ਇਹਨਾਂ ਦੇ ਵਿੱਚੋਂ ਕੁਝ ਕੁ ਰਾਸ਼ਟਰਵਾਦੀ ਵੀ ਹੋਣਗੇ, ਜਿਹੜੇ ਰਾਸ਼ਟਰਵਾਦ ਦੇ ਵੱਲੋਂ ਆਏ ਹੋਣਗੇ, ਪਰ ਜ਼ਿਆਦਾਤਰ ਇਹਨਾਂ ਦੇ ਵਿੱਚ ਉਹ ਸਿੱਖ ਸ਼ਹੀਦ ਹੋਣਗੇ ਜਿਹੜੇ ਗਦਰ ਲਹਿਰ ਦੇ ਸੀ, ਅਤੇ ਸਿੱਖ ਚਿੰਤਕ ਹੋਣਗੇ ਜਿਨ੍ਹਾਂ ਦੀ ਗੱਲ ਦੇ ਉੱਤੇ ਤੁਹਾਨੂੰ ਉਂਗਲ ਚੁੱਕਣ ਦੇ ਲਈ 100 ਵਾਰ ਸੋਚਣਾ ਪੈਂਦਾ। ਸੋ ਪਰ ਕਿਉਂ ਜਸਵੀਰ ਸਿੰਘ ਜੀ, ਇੰਨਾ ਹੋਣ ਦੇ ਬਾਵਜੂਦ ਵੀ ਇਹ ਉਸੇ ਰਾਹ ਤੁਰਦੇ ਰਹਿੰਦੇ ਆ? ਹਾਂਜੀ ਬਿਲਕੁਲ, ਕਿਉਂਕਿ ਹੋਣ ਦਾ ਕਾਰਨ ਤੇ ਇਹੋ ਹੀ ਹੈ ਨਾ, ਜਿਸ ਢਾਂਚੇ 'ਚ ਇਸ ਵਕਤ ਅਸੀਂ ਬੈਠੇ ਹਾਂ, ਤੇ ਇਹ ਸਭ ਨੂੰ ਪਤਾ ਵੀ ਜਿਹੜੀ ਭਾਰਤ ਹਕੂਮਤ ਜਿਹੜੀ ਹੈਗੀ ਆ, ਉਹ ਬਹੁਗਿਣਤੀ ਕੌਮੀਅਤ ਦੇ ਨਾਲ ਜਿਹੜਾ ਸੰਬੰਧੀ ਬੰਦਾ, ਉਹਨੂੰ ਉਹ ਕਹਿਣਾ ਹੀ ਪੈਣਾ ਸਭ ਕੁਛ। ਤਾਂ ਇੱਥੇ ਅਸੀਂ ਜ਼ਿਆਦਾ ਸਮਾਂ ਨਹੀਂ ਲਾਉਂਦੇ। ਸਭ ਤੋਂ ਪਹਿਲਾਂ ਅਸੀਂ ਉਹੀ ਗੱਲ ਯਾਦ ਕਰਾਂਗੇ, ਜਿਹੜਾ ਕਿ ਸਾਕਾ ਨਨਕਾਣਾ ਸਾਹਿਬ ਜਿਹੜਾ ਵਾਪਰਿਆ ਸਿੱਖ ਇਤਿਹਾਸ ਦੇ ਵਿੱਚ, ਅਭੁੱਲ ਅਕੈਤ ਅਸਹਿ, ਜਿੱਥੇ ਸਿੱਖਾਂ ਨੇ ਸ਼ਹੀਦੀਆਂ ਦੇ ਕੇ ਆਪਣੇ ਗੁਰਧਾਮਾਂ ਨੂੰ ਆਜ਼ਾਦ ਕਰਾਇਆ। ਗੁਰੂ ਨਾਨਕ ਪਾਤਸ਼ਾਹ ਦੀ ਜਿਹੜੀ ਜਨਮ ਧਰਤੀ ਜਿਹੜੀ ਆ ਸ਼੍ਰੀ ਨਨਕਾਣਾ ਸਾਹਿਬ, ਉੱਥੇ ਚੱਲ ਰਿਹਾ ਸੀ। ਤਾਂ ਉਦੋਂ ਲਾਲਾ ਲਾਜਪਤ ਰਾਏ ਦੀ ਸਿੱਖਾਂ ਨਾਲ ਜਿਹੜੀ ਗਦਾਰੀ ਆ, ਅਸੀਂ ਆਮ ਕੁਛ ਦਰਸ਼ਕ ਹੋ ਸਕਦਾ ਦੇਖਣ ਤੇ ਉਹ ਕਹਿਣ ਵੀ ਅੱਜ ਤੇ ਅਖਬਾਰ ਭਰੇ ਪਏ ਆ, ਦੇਖੋ ਮੈਨੂੰ ਹੁਣੀ ਨੋਟੀਫਿਕੇਸ਼ਨ ਆਈ ਹੈ, ਇੱਕ ਇੰਡੀਆ ਦਾ ਮੇਨ ਸਟ੍ਰੀਮ ਚੈਨਲ ਉਹਨੇ ਪਾਈ ਆ ਵੀ ਬਲੀਦਾਨ ਦਿਵਸ ਤੇ ਬਹੁਤ ਖਾਸ ਹੈ, ਬਲਾ ਬਲਾ। ਤੇ ਲੋਕਾਂ ਨੇ ਆਖਣਾ ਵੀ ਇਹ ਬੰਦੇ ਵੱਖਰੇ ਆ ਯਾਰ, ਹਨਾ, ਵੀ ਇਹ ਪਤਾ ਨਹੀਂ ਕਿਉਂ ਕੁਛ ਪੁੱਠੇ ਪਾਸੇ ਚੱਲੇ। ਅਸੀਂ ਕਿਉਂ ਇਹ ਗੱਲ ਚੇਤੇ ਕਰ ਰਹੇ, ਜਿਸ ਦਿਨ ਸਾਡੇ ਸ਼ਹੀਦਾਂ ਨੇ ਸਿਰ ਤਲੀ ਤੇ ਧਰ ਕੇ ਲੜੇ, ਉਹਨਾਂ ਦੇ ਟੋਕਰਿਆਂ ਦੇ ਟੋਕਰੇ ਜਿਹੜੇ ਹੱਡੀਆਂ ਦੇ ਉੱਥੋਂ ਇਕੱਠੇ ਕੀਤੇ, ਜਿੱਦਾਂ ਭਾਈ ਪਿੰਦਰਪਾਲ ਸਿੰਘ ਜੀ ਨੇ ਬਹੁਤ ਕਮਾਲ ਦੀ ਜਿਹੜੀ ਹੈ ਉਹ ਕਥਾ ਕੀਤੀ ਹੈ ਸਾਕਾ ਨਨਕਾਣਾ ਸਾਹਿਬ ਤੇ। ਤਾਂ ਉਦੋਂ ਉਸ ਵਕਤ ਇਸ ਜਿਹੜਾ ਕਿ ਲਾਲਾ ਲਾਜਪਤ ਰਾਏ ਦਾ ਜਿਹੜਾ ਕਿ ਉਹ ਰੋਲ ਕੀ ਸੀ, ਜਿਸ ਤਰ੍ਹਾਂ ਅਸੀਂ ਹੁਣ ਵਾਲੇ ਜਿਹੜੇ ਸਿੱਖਾਂ ਦੇ ਗਦਾਰ ਲੀਡਰ ਆ, ਅਸੀਂ ਉਹਨਾਂ ਨੂੰ ਕਿੰਨੀਆਂ ਤੋਹਮਤਾਂ, ਉਹਨਾਂ ਦੀ ਵਿਰੋਧਤਾ ਕਰਦੇ ਆ, ਡਾਂਗਾ ਮਾਰਦੇ ਆ, ਉਹਨਾਂ ਦੀ ਗੱਡੀਆਂ ਤੱਕ ਭੰਨ ਦਿੰਦੇ ਆ ਕਿਸਾਨ ਜਿਹੜੇ ਆਪਣੇ ਵਿਰੋਧੀਆਂ ਦੇ। ਤਾਂ ਜਿਹੜੇ ਸਿੱਖਾਂ ਦੇ ਨਾਲ ਜਿਨ੍ਹਾਂ ਨੇ ਦਗਾ ਕੀਤਾ, ਗਦਾਰੀ ਕੀਤੀ, ਉਹਨਾਂ ਦੇ ਵਿੱਚ ਲਾਲਾ ਲਾਜਪਤ ਰਾਏ ਜਿਹੜਾ ਉਹ ਮੁੱਖ ਚਿਹਰਾ ਸੀਗਾ। ਤਾਂ ਲਾਲਾ ਲਾਜਪਤ ਰਾਏ ਦਾ ਜਿਹੜਾ ਹੈਗਾ ਮਹੰਤ ਸੀ, ਜਿਹੜੇ ਗੁਰਦੁਆਰਾ ਤੇ ਕਬਜ਼ਾ ਕਰਕੇ ਬੈਠੇ, ਜਿਹੜੇ ਕੁਕਰਮੀ ਸੀ, ਅਯਾਸ਼ੀ ਸੀ, ਸ਼ਰਾਬੀ ਸੀ, ਹਾਂਜੀ, ਨਰੈਣੂ ਮਹੰਤ ਹੋਣੀ, ਉਹਨਾਂ ਦੇ ਨਾਲ ਲਾਲਾ ਲਾਜਪਤ ਰਾਏ ਦੀ ਬਹੁਤ ਚੰਗੀ ਮਿੱਤਰਤਾ ਸੀ। ਪਹਿਲੀ ਗੱਲ ਤਾਂ ਇਹੀ ਹੈ, ਮਾੜੇ ਬੰਦੇ ਦੀ ਮਿੱਤਰਤਾ ਹੀ ਮਾੜੇ ਨਾਲ ਹੋਊਗੀ। ਚੰਗੇ ਐਡਾ ਬੰਦਾ ਗਲਤ ਸੀ ਜਿਹੜਾ ਗੁਰਦੁਆਰਾ ਸਾਹਿਬ ਦੇ ਵਿੱਚ ਬੱਚੀਆਂ ਦੇ ਬਲਾਤਕਾਰ, ਪੱਤਾਂ ਲੁੱਟਣ ਵਾਲੇ ਉਹਦੇ ਜਿਹੜੇ ਕਿ ਚੇਲੇ ਚਾਟੜੇ ਸੀ ਉਸ ਵਕਤ, ਤਾਂ ਹੀ ਤਾਂ ਸਿੱਖਾਂ ਨੇ ਸ਼ਹੀਦੀਆਂ ਦੇ ਕੇ ਗੁਰਧਾਮ ਆਜ਼ਾਦ ਕਰਵਾਏ ਨਾ। ਔਰ ਉਹਦੀ ਮਿੱਤਰਤਾ ਜਿਹੜੀ ਹੈ ਲਾਲਾ ਲਾਜਪਤ ਰਾਏ ਨਾਲ ਸੀ। ਲਾਲਾ ਲਾਜਪਤ ਰਾਏ ਤੋਂ ਜਿਹੜਾ ਕਿ ਸਿੱਖਾਂ ਨੇ ਉਹਦਾ ਜਿਹੜਾ ਕਬਜ਼ਾ ਤੋੜ ਕੇ ਪ੍ਰਬੰਧ ਆਪਣੇ ਅਧੀਨ ਲੈ ਕੇ ਆਉਣਾ ਸੀ, ਗੁਰੂ ਦੇ ਪਿਆਰਿਆਂ ਦੇ ਅਧੀਨ, ਉਹਦੇ ਵਾਸਤੇ ਲਹਿਰ ਚੱਲੀ ਸੀ।
ਤਾਂ ਜਿਹੜੇ ਵੀ ਮਦਦ ਕਰਦੇ ਸੀ ਉਸ ਜਿਹੜਾ ਕਿ ਮਹੰਤ ਨਰੈਣ ਦਾਸ ਦੀ, ਉਹਨਾਂ ਦੇ ਵਿੱਚ ਜਿਹੜਾ ਨਰੈਣ ਦੀ ਮਹੰਤ ਸਪੋਰਟ ਕਰਨ ਵਾਲਿਆਂ ਦੇ ਵਿੱਚ ਲਾਲਾ ਲਾਜਪਤ ਰਾਏ ਵੀ ਸੀ। ਸਰਦਾਰ ਗੁਰਬਖਸ਼ ਸਿੰਘ ਸ਼ਮਸ਼ੇਰ ਝੁਬਲਗੇ, ਉਹਨਾਂ ਨੇ ਸਾਕਾ ਨਨਕਾਣਾ ਸਾਹਿਬ ਬਾਰੇ ਬਹੁਤ ਹੀ ਮਿਹਨਤ ਕਰਕੇ ਇੱਕ ਖੋਜ ਭਰਪੂਰ ਰਿਪੋਰਟ ਤਿਆਰ ਕੀਤੀ ਸੀ, ਜਿਹੜੀ ਕਿ 1938 ਚ ਇੱਕ ਕਿਤਾਬ ਦੇ ਰੂਪ ਚ ਛਪੀ ਸੀ, ਜਿਹਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਮੁੜ ਵੀ ਛਾਪਿਆ। ਔਰ ਉਹਦੇ ਚ ਉਹ ਲਿਖਦੇ ਆ ਵੀ ਮਹੰਤ ਨਰੈਣ ਦਾਸ ਵੱਲੋਂ ਲਾਲਾ ਲਾਜਪਤ ਰਾਏ ਦੇ ਬੰਦੇ ਮਾਤਰਮ ਅਖਬਾਰ ਨੂੰ 50,000 ਰੁਪਏ ਦਿੱਤਾ ਗਿਆ ਸੀ, ਜਿਸ ਦੇ ਕਾਰਨ ਉਹਨਾਂ ਨੇ ਗਲਤਫਹਿਮੀ ਪੈਦਾ ਕਰਨ ਵਾਲੇ ਝੂਠੇ ਜਿਹੜੇ ਹੈਗੇ ਉਹ ਨੋਟ ਲਿਖੇ। ਦੂਜਾ, ਲਾਲਾ ਜੀ ਨਾਲ ਇਹ ਫੈਸਲਾ ਵੀ ਹੋਇਆ ਕਿ ਇੱਕ ਟਰਸਟ ਬਣਾਇਆ ਜਾਵੇਗਾ, ਜਿਸ ਦੇ ਪ੍ਰਧਾਨ ਲਾਲਾ ਜੀ ਹੋਣਗੇ, ਤੇ ਮਹੰਤ ਨੂੰ ਗੁਜ਼ਾਰਾ ਦੇ ਕੇ ਬਾਕੀ ਰੁਪਈਆ ਨੈਸ਼ਨਲ ਯੂਨੀਵਰਸਿਟੀਆਂ ਦੇ ਪੋਲੀਟੀਕਲ ਕੰਮਾਂ ਤੇ ਖਰਚ ਕੀਤਾ ਜਾਊਗਾ। ਇੱਥੇ ਇੱਕੋ ਹੀ ਮੈਂ ਜਿਹੜਾ ਗੁਰਦੁਆਰੇ ਦਾ ਟਰਸਟ ਬਣਾਇਆ ਜਾਊ ਉਹਦਾ ਪ੍ਰਧਾਨ ਲਾਲੇ ਨੂੰ ਬਣਾ ਦਿੱਤਾ ਜਾਊਗਾ, ਤੇ ਉਹ ਮਹੰਤ ਨੂੰ ਸਾਈਡ ਦੇ ਉੱਤੇ ਕਰਤਾ ਜਾਊ ਕਿ ਦੇਖੋ ਜੀ ਮਹੰਤ ਇੱਥੋਂ ਭਜਾਤਾ ਤੇ ਹੁਣ ਸਾਰਾ ਕੁਝ ਠੀਕ ਹੋ ਗਿਆ। ਹਾਂ, ਇੱਥੇ ਨਾ ਇੱਕ ਦੇਖੋ, ਅੱਜ ਕਿਸਾਨ ਜਿਹੜੇ ਆ, ਜਿਹੜਾ ਭਾਰਤ ਪੱਖੀ ਮੀਡੀਆ, ਜਿਹੜਾ ਸਰਕਾਰ ਪੱਖੀ ਮੋਦੀ ਪੱਖੀ ਮੀਡੀਆ, ਉਹਨੂੰ ਕਦੇ ਕੋਈ ਗੋਦੀ ਮੀਡੀਆ ਕਹਿੰਦੇ ਆ, ਕਦੇ ਇਸ ਤਰ੍ਹਾਂ ਗਾਲਾਂ ਕੱਢਦੇ, ਉਹਨਾਂ ਦੇ ਪੁਤਲੇ ਵੀ ਸਾੜਦੇ। ਔਰ ਕਿਸਾਨ ਸੰਘਰਸ਼ ਤੋਂ ਜਦੋਂ ਕਵਰੇਜ ਕਰਨ ਆਉਂਦੇ ਆ, ਉਹਨਾਂ ਨਾਲ ਧੱਕਾ ਮੁੱਕੀ ਵੀ ਹੁੰਦੀ, ਉਹਨਾਂ ਦੀ ਵਿਰੋਧਤਾ ਹੁੰਦੀ ਭਾਵ। ਤਾਂ ਉਸ ਵਕਤ ਜਿਹੜਾ ਗਦਾਰੀ ਕਰ ਰਿਹਾ ਸੀਗਾ, ਉਹਨਾਂ ਦੇ ਵਿੱਚੋਂ ਲਾਲਾ ਲਾਜਪਤ ਰਾਏ ਮੋਹਰੀ ਹੈ, ਜਿਹਨੂੰ ਅੱਜ ਸਾਡੇ ਪੰਜਾਬ ਦੇ ਮੁੱਖ ਮੰਤਰੀ ਔਰ ਬਾਕੀ ਸਾਰੇ ਬੜਾ ਵਧਾ ਚੜਾ ਕੇ ਪੇਸ਼ ਕਰ ਰਹੇ। ਇਹ ਬਹਾਦਰੀ ਹੈ। ਇੱਕ ਨੁਕਤਾ ਸਾਂਝਾ ਕੀਤਾ, ਇੱਕ ਇੱਥੇ ਮੈਂ ਹੋਰ ਕਰੂੰਗਾ, ਬਾਕੀ ਤੁਸੀਂ ਕਿਰਪਾ ਕਰਕੇ ਦੱਸੋ ਵੀ ਇੱਕ ਗਿਆਨੀ ਕਰਤਾਰ ਸਿੰਘ ਜੀ ਕਲਾਸਵਾਲੀਏ, ਜਿਨ੍ਹਾਂ ਨੇ ਲਾਲਾ ਲਾਜਪਤ ਰਾਏ ਦੇ ਰੋਲ ਦੀ ਚਰਚਾ ਜਿਹੜੀ ਆਪਣੀ ਕਿਤਾਬ ਸੁਧਾਰ ਖਾਲਸਾ ਚ ਕੀਤੀ ਹੈ। ਗਿਆਨੀ ਕਲਾਸਵਾਲੀਆ ਜੀ ਪਹਿਲਾਂ ਹਰਮਿੰਦਰ ਸਾਹਿਬ ਦੇ ਗ੍ਰੰਥੀ ਸੀ। ਇਹ ਕੋਈ ਅਸੀਂ ਅਣਜਾਣ ਬੰਦਿਆਂ ਦੇ ਹਵਾਲੇ ਤੋਂ ਨਹੀਂ ਗੱਲਾਂ ਕਹਿ ਰਹੇ। ਸੱਚਖੰਡ ਸ੍ਰੀ ਹਰਮਿੰਦਰ ਸਾਹਿਬ ਦੇ ਉਹ ਗ੍ਰੰਥੀ ਸਾਹਿਬ ਸੀ, ਫਿਰ ਮੁੱਖ ਗ੍ਰੰਥੀ ਵੀ ਰਹੇ ਆ। ਉਹਨਾਂ ਨੇ ਇਹ ਕਿਤਾਬ ਜਿਹੜੀ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਫੌਜੀ ਹਮਲੇ ਦੀ 25ਵੀਂ ਵਰ੍ਹੇਗੰਢ ਤੇ ਸਮੇਂ ਮੁੜ ਛਾਪੀ ਗਈ ਹੈ, ਜਦੋਂ 84 ਦੇ 25 ਸਾਲ ਹੋ ਗਏ ਆ। ਤਾਂ ਮਹੰਤ ਨਰੈਣ ਦਾਸ ਦੀ ਗ੍ਰਿਫਤਾਰੀ ਤੋਂ ਬਾਅਦ ਦੇ ਦ੍ਰਿਸ਼ ਨੂੰ ਬਿਆਨ ਕਰਦਿਆਂ ਕਲਾਸਵਾਲੀਆ ਨੇ ਮਹੰਤ ਦੇ ਕੁਝ ਯਾਰਾਂ ਬਾਰੇ ਇਸ ਤਰ੍ਹਾਂ ਨਾਂ ਗਿਣਾਏ ਆ, ਕਿਉਂਕਿ ਮਹੰਤ ਜਿਹੜਾ ਸੀ ਨਰੈਣ ਦਾਸ, ਉਹ ਸਿੱਖ ਵਿਰੋਧੀ ਸੀ, ਉਹ ਅਯਾਸ਼ੀ ਸੀ, ਸ਼ਰਾਬੀ ਸੀ, ਕੁਆਬੀ ਸੀ। ਉਸ ਵਕਤ ਜਿਹੜੀਆਂ ਸਿੱਖਾਂ ਦੀਆਂ ਬੱਚੀਆਂ ਜਿਹੜੀ ਨਨਕਾਣਾ ਸਾਹਿਬ ਦਰਸ਼ਨ ਮੇਲੇ ਜਦੋਂ ਨਤਮਸਤਕ ਹੋਣ ਵੀ ਜਾਂਦੀਆਂ ਸੀ, ਉੱਥੇ ਗੁੰਡਿਆਂ ਦਾ ਕਬਜ਼ਾ ਸੀ, ਔਰ ਉਹ ਉਹਨਾਂ ਨੂੰ ਗਲਤ ਹਰਕਤਾਂ ਕਰਦੇ ਸੀ, ਛੇੜਖਾਨੀਆਂ ਕਰਦੇ ਸੀ। ਉਸ ਤੋਂ ਬਾਅਦ ਸਿੱਖਾਂ ਨੇ ਨਿਰਣਾ ਕੀਤਾ ਵੀ ਹੁਣ ਸਿਰ ਧੜ ਦੀ ਬਾਜੀ ਲਾ ਕੇ ਜਿਹੜਾ ਇਹ ਗੁਰਧਾਮ ਸਾਨੂੰ ਆਜ਼ਾਦ ਕਰਾਉਣੇ ਪੈਣੇ। ਉਹਦੇ ਚ ਉਹਨਾਂ ਨੇ ਜਿਹੜੀ ਕਵਿਤਾ ਲਿਖੀ, ਉਹ ਕਹਿੰਦੇ ਵੀ ਮੁਖੀਏ ਪੰਥ ਦੇ ਕਾਜ ਸੰਭਾਲ ਬੈਠੇ, ਮਹੰਤ ਸਣੇ ਮਹੰਤ ਦੇ ਯਾਰ ਗਏ, ਕਬਜ਼ਾ ਪੰਥ ਦਾ ਜਨਮ ਸਥਾਨ ਉੱਤੇ। ਜਦੋਂ ਸਿੱਖਾਂ ਨੇ ਸਾਂਭ ਲਈ ਸੇਵਾ ਸਾਰੀ, ਬੜੇ ਬਾਵੇ ਸੀ ਕਿੱਧਰ ਸੁਧਾਰ ਗਏ, ਸੰਤ ਸੇਵਕ ਹੋਣੀ ਕਿਤੇ ਜਾ ਛੁਪੇ, ਸੰਤ ਸੇਵਕ ਹੋਣੀ ਕਿਤੇ ਜਾ ਛੁਪੇ, ਲਾਲਾ ਲਾਜਪਤ ਰਾਏ ਪਧਾਰ ਗਏ ਲਿਖਿਆ। ਉਹ ਕਹਿੰਦੇ ਇਹ ਵੀ ਚਲੇ ਗਏ ਆ। ਫਿਰ ਕਿਹਾ ਵੀ ਸਾਥ ਬੜੇ ਮਹੰਤ ਵੀ ਛੱਡ ਗਏ, ਅਤੇ ਹੋ ਅੜੇ ਉਦਾਸੀ ਉਡਾਰ ਗਏ, ਬੈਠਾ ਜੇਲ੍ਹ ਅੰਦਰ ਜਾ ਪਈ ਘੁੱਸੜ, ਸਾਰੇ ਹੀ ਬੜੇ ਹੰਕਾਰ ਗਏ। ਇਹ ਹੰਕਾਰੇ ਹੋਏ ਸੀਗੇ ਕਿਉਂਕਿ ਇਹਨਾਂ ਦੀਆਂ ਉਸ ਵਕਤ ਅੰਗਰੇਜ਼ ਹਕੂਮਤ ਨਾਲ ਵੀ ਯਾਰੀਆਂ ਸੀਗੀਆਂ, ਤੇ ਆਪ ਵੀ ਗੁੰਡੇ ਸੀ, ਹਥਿਆਰ ਸੀ, ਇਹਨਾਂ ਚ ਗੋਲੀ ਸੋਟਾ ਸਭ ਕੁਝ ਸੀਗਾ। ਔਰ ਜਿਹੜੇ ਸਿੱਖ ਸੀ ਉਹ ਨਿਮਾਣੇ ਸੀ। ਬੇਸ਼ੱਕ ਸਿੱਖ ਸਿਰੜੀ ਸੀ, ਸਿੱਖ ਹਿੰਮਤ ਵਾਲੇ ਸੀ, ਸਿੱਖ ਬਹਾਦਰ ਸੀ, ਸੂਰਮੇ ਸੀ, ਪਰ ਸਿੱਖ ਗੁਰਦੁਆਰਾ ਸਾਹਿਬ ਦੇ ਉੱਤੇ ਕੋਈ ਧਾਵਾ ਨਹੀਂ ਸੀ ਬੋਲਣਾ ਚਾਹੁੰਦੇ। ਜੇ ਸਿੱਖ ਚਾਹੁੰਦੇ, ਸਿੱਖ ਵੀ ਡਾਂਗਾ ਲੈ ਕੇ ਚੱਲ ਜਾਂਦੇ, ਬੰਦੂਕਾਂ ਲੈ ਕੇ। ਉਦੋਂ ਵੀ ਸਿੱਖਾਂ ਨੇ ਜਿਹੜਾ ਉਹ ਨਿਮਰਤਾ ਦਾ ਬੜਾ ਕਮਾਲ ਦਾ ਜਿਹੜਾ ਉਹ ਆਪਦਾ ਜਿਹੜਾ ਕਿ ਰੋਲ ਅਦਾ ਕੀਤਾ। ਔਰ ਸਿੱਖਾਂ ਨੇ ਸ਼ਾਂਤੀ ਦੇ ਨਾਲ, ਸੱਚੇ ਪਾਤਸ਼ਾਹ ਦਾ ਜਿਹੜਾ ਗੁਰੂ ਅਰਜਨ ਸਾਹਿਬ ਦਾ ਇਤਿਹਾਸ ਹੈ ਨਾ ਵੀ ਤੇਰਾ ਭਾਣਾ ਮਿੱਠਾ ਲੱਗੇ, ਸਿੱਖ ਉਦੋਂ ਨਿਮਾਣੇ ਬੋਲ ਕੇ ਗਏ ਵੀ ਸੱਚੇ ਪਾਤਸ਼ਾਹ ਤੇਰਾ ਹੀ ਗੁਰਧਾਮ ਆਜ਼ਾਦ ਕਰਾਉਣਾ। ਉਹ ਸਤਨਾਮ ਵਾਹਿਗੁਰੂ ਦੇ ਜਥੇ ਜਾਂਦੇ ਰਹੇ, ਕਿਸ ਤਰ੍ਹਾਂ ਜਾਂਦੇ ਰਹੇ, ਸਾਰਾ ਉਹ ਇਤਿਹਾਸ ਹੈ। ਤੇ ਇਹ ਲਾਲਾ ਲਾਜਪਤ ਰਾਏ ਦਾ ਸਿੱਖਾਂ ਦੇ ਨਾਲ ਜਿਹੜਾ ਗਦਾਰੀ ਦਾ ਜਿਹੜਾ ਕਿ ਕੁਝ ਦੋ ਨੁਕਤੇ ਹੀ ਸਾਂਝੇ ਕੀਤੇ, 25-30 ਹੈ ਸਾਨੂੰ। ਜੀ ਬਿਲਕੁਲ। ਅੱਗੇ ਆਪਾਂ ਗੰਗਵੀਰ ਹੋਰਾਂ ਦਾ ਕਮੈਂਟ ਵੀ ਇਹਦੇ ਵਿੱਚ ਸ਼ਾਮਲ ਕਰ ਲਈਏ। ਗੰਗਵੀਰ ਕਹਿੰਦੇ ਕਿ ਪੰਜਾਬ ਦੀ ਵੰਡ ਦਾ ਸਭ ਤੋਂ ਪਹਿਲਾ ਖਾਕਾ ਇਹਨੇ ਖਿੱਚਿਆ ਸੀ, ਤੇ ਜਿਨ੍ਹਾਂ ਨੇ ਜਦੋਂ ਕੌਮੀ ਸਿਧਾਂਤ ਦਾ ਖਾਕਾ ਕਰਦੇ 1940 ਦੇ ਵਿੱਚ ਪਾਕਿਸਤਾਨ ਦੀ ਮੰਗ ਕੀਤੀ ਸੀ, ਤਾਂ ਉਹਨੇ ਆਪਣੇ ਭਾਸ਼ਣ ਦੀ ਸ਼ੁਰੂਆਤ ਲਾਲਾ ਲਾਜਪਤ ਰਾਏ ਤੋਂ ਕੀਤੀ। ਭਾਵ ਕਿ ਜਿਹੜਾ ਵੰਡ ਦਾ ਸਿਹਰਾ ਵੀ ਇਸ ਲਾਲਾ ਜੀ ਨੂੰ ਜਾਂਦਾ, ਜਿਨ੍ਹਾਂ ਨੂੰ ਸ਼ਹੀਦ ਕਹਿ ਦਿੰਦੇ ਹੋ, ਸ਼ਹੀਦ ਕਹਿ ਦਿੰਦੇ ਨੇ, ਕਹਿ ਰਹੇ ਨੇ ਚੰਨੀ ਵਰਗੇ ਜਾਂ ਹੋਰ ਭਾਰਤ ਦੇ ਲੀਡਰ, ਅਤੇ ਕਈ ਵਾਰ ਭੁੱਲ ਭੁਲੇਖੇ ਸਾਡੇ ਭੈਣ ਭਰਾ ਵੀ ਸ਼ਹੀਦ ਕਹਿ ਦਿੰਦੇ, ਕਿਉਂਕਿ ਸਾਡੀ ਸਕੂਲੀ ਸਿੱਖਿਆ ਹੀ ਜਸਵੀਰ ਸਿੰਘ ਜੀ ਇਸੇ ਤਰ੍ਹਾਂ ਦੀ ਰਹੀ ਆ। ਸ਼ੇਰੇ ਪੰਜਾਬ ਲਾਲਾ ਲਾਜਪਤ ਰਾਏ ਜੀ, ਆਪਾਂ ਕਿਤਾਬਾਂ 'ਚ ਇਹੀ ਪੜ੍ਹਿਆ ਹੈਗਾ ਨਾ। ਇੱਕ ਕਵਿਤਾ ਇਸ ਤਰ੍ਹਾਂ ਦੀ ਵੀ ਹੁੰਦੀ ਸੀ, ਅਜੀਤ ਅਖਬਾਰ ਨਾ, ਅਜੀਤ ਨਹੀਂ ਜਗਬਾਣੀ ਅਖਬਾਰ ਦੇ ਵਿੱਚ ਛਪਦੀ ਹੁੰਦੀ ਸੀ, ਪਹਿਲੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਹੋਏ, ਜਿਨ੍ਹਾਂ ਕੀਤਾ ਮੁਲਕ ਬਹਾਲ ਮੀਆਂ। ਦੂਜੇ ਸ਼ੇਰੇ ਪੰਜਾਬ ਲਾਲਾ ਲਾਜਪਤ ਰਾਏ ਹੋਏ, ਜਿਨ੍ਹਾਂ ਡਾਂਗਾ ਖਾਧੀਆਂ ਖੁਸ਼ੀ ਦੇ ਨਾਲ ਪੀਆਂ। ਤੀਜੇ ਸ਼ੇਰੇ ਪੰਜਾਬ ਬੇਅੰਤ ਸਿੰਘ ਹੋਏ, ਜਿਹਦੇ ਕੁੱਛੜ ਬੈਠੇ ਪੋਤਿਆਂ ਨੇ ਉਹਦੇ ਪੁੱਟਲੇ ਦਾੜੀ ਦੇ ਵਾਲ ਮੀਆਂ।
ਉਦੋਂ ਕੇਤੀਆ ਕਾਂਡ ਹੋਇਆ ਸੀ ਸਾਰਾ ਇਹ, ਜਿਹਦੇ ਵਿੱਚ ਉਹ ਫਸੇ ਹੋਏ ਸੀ ਇਹਦੇ ਬੇਅੰਤੇ ਦੇ ਪੋਤਰੇ। ਤੇ ਭਾਵ ਜਿਹੜੇ ਦੋ ਸ਼ੇਰੇ ਪੰਜਾਬ ਨੇ, ਦੋਨੇ ਨਖਿੱਧ ਪ੍ਰਾਣੀ ਹਨਾ, ਇੱਕ ਕਾਤਲ ਦੂਜਾ ਠੱਗ। ਉਹ ਠੱਗਾਂ ਨੂੰ ਸ਼ੇਰੇ ਪੰਜਾਬ ਤੱਕ ਕਹਿਣ ਆ ਗਏ, ਭਾਵ ਕਿ ਸ਼ੇਰੇ ਪੰਜਾਬ ਦੀ ਜੋ ਹਸਤੀ ਆ ਉਹ ਉਸ ਦੇ ਬਰਾਬਰ ਨੂੰ ਲਿਆ ਕੇ ਖੜਾ ਕਰਨ ਦੀ ਕੋਸ਼ਿਸ਼ ਕੀਤੀ ਗਈ। ਹੁਣ ਦਰਸ਼ਕੋ ਅਸੀਂ ਤੁਹਾਡੇ ਨਾਲ ਹਾਂਜੀ ਜੀ ਇੱਕ ਮੈਂ ਇੱਥੇ ਹੋਰ ਕਰਨੀ ਚਾਹੁੰਦਾ, ਚਲੋ ਇੱਕ ਤਾਂ ਇਹ ਸੀ ਲਾਲਾ ਲਾਜਪਤ ਰਾਏ ਦਾ ਮਹੰਤਾਂ ਦੇ ਨਾਲ ਯਾਰਾਨੇ, ਉਹਨਾਂ ਮਹੰਤਾਂ ਦੇ ਨਾਲ ਯਾਰਾਨੇ ਜਿਹੜੇ ਗੁਰਦੁਆਰਾ ਸਾਹਿਬ ਦੇ ਵਿੱਚ ਅਯਾਸ਼ੀਆਂ ਕਰਦੇ ਸੀ, ਜਿਹੜੇ ਉੱਥੇ ਗਲਤ ਹਰਕਤਾਂ ਕਰਦੇ ਸੀ ਤੇ ਸਿੱਖਾਂ ਨੇ ਜਿਹੜਾ ਉਹ ਸਿਰ ਦਿੱਤੇ ਉਹ ਇਤਿਹਾਸ ਸਿਰਜਣ ਵਾਸਤੇ। ਇਹ ਤਾਂ ਹੈਗਾ ਚਲੋ ਹੈ ਤੇ ਗਲਤ, ਬਿਲਕੁਲ ਉੱਕਾ ਹੀ ਗਲਤ ਆ। ਚਲੋ ਮੰਨ ਲਓ ਜੀ ਇਹ ਇਹਨਾਂ ਦਾ ਸਿਆਸੀ ਕੋਈ ਲਾਲਚ ਸੀਗਾ, ਇੱਕ ਚਰਿੱਤਰ ਤੌਰ ਤੇ ਉਹਨਾਂ ਵਰਗੇ ਹੋਣਗੇ ਜਾਂ ਉਹਨਾਂ ਨੂੰ ਪਸੰਦ ਕਰਦੇ ਹੋਣਗੇ, ਕਿਉਂਕਿ ਯਾਰੀ ਦੇ ਬੰਦੇ ਦੀ ਆਪਣੇ ਵਰਗੇ ਬੰਦੇ ਨਾਲ ਹੁੰਦੀ ਨਾ। ਸ਼ਰਾਬੀ ਦੀ ਯਾਰੀ ਸ਼ਰਾਬੀ ਨਾਲ, ਭਗਤ ਦੀ ਭਗਤ ਨਾਲ, ਸੰਤ ਦੀ ਸੰਗਤ ਨਾਲ, ਲੁੱਚੇ ਦੀ ਲੁੱਚੇ ਨਾਲ, ਸਾਧ ਦੀ ਸਾਧ ਨਾਲ। ਤਾਂ ਇਹ ਗੁਰੂ ਪਾਤਸ਼ਾਹ ਬਾਰੇ, ਸੱਚੇ ਪਾਤਸ਼ਾਹ ਗੁਰੂ ਨਾਨਕ ਮਹਾਰਾਜ ਸਾਹਿਬ ਜੀ ਬਾਰੇ ਵੀ ਜਿਹੜਾ ਲਾਲਾ ਲਾਜਪਤ ਰਾਏ ਦਾ ਜਿਹੜਾ ਕਿ ਇੱਕ ਕਿਤਾਬ ਦੇ ਵਿੱਚ ਹਵਾਲਾ ਆਉਂਦਾ ਵੀ ਉਹਨਾਂ ਦੇ ਬਾਰੇ ਕਿੱਡੀ ਜਿਹੜੀ ਕਿ ਭੱਦੀ ਜੀ ਜਿਹੜੀ ਸ਼ਬਦਾਵਲੀ ਲਾਲਾ ਲਾਜਪਤ ਰਾਏ ਵਰਤਦੇ ਰਹੇ ਆ। ਇਹਦੇ ਬਾਰੇ ਲਾਲਾ ਜਿਹੜਾ ਹੈਗਾ ਡਾਕਟਰ ਬਾਜਵਾ ਜਿਹੜਾ ਕਿ ਮੁਤਾਬਕ 16 ਨਵੰਬਰ 1921 ਦੇ 1921 ਜਿੰਨਾ ਸਮਿਆਂ 'ਚ ਇਹ ਸੰਘਰਸ਼ ਚੱਲ ਰਿਹਾ ਸੀਗਾ, ਬੰਦੇ ਮਾਤਰਮ ਅਖਬਾਰ ਜਿਹੜਾ ਸੀਗਾ ਉਹਦੇ 'ਚ ਲਾਲਾ ਲਾਜਪਤ ਰਾਏ ਨੇ ਗੁਰੂ ਨਾਨਕ ਸਾਹਿਬ ਦੇ ਬਚਪਨ ਨਾਲ ਜੁੜੀ ਸੱਚਾ ਸੌਦਾ ਦੀ ਸਾਖੀ ਦੇ ਹਵਾਲੇ ਨਾਲ ਲਿਖਿਆ, क्या जिस शख्स ने अपने पिता दे सरमाया को साधुओं को खिला दिया, अब उसके नाम पे मंदिर में जायदाद आमदनाओं को अख्तियार का झगड़ा हो रहा है। सिखा दे ਜਿਹੜਾ ਗੁਰਧਾਮ ਆਜ਼ਾਦ ਕਰਾਉਣ ਦੀ ਬਹਾਦਰੀ ਦੀ ਜਿਹੜੀ ਕਿ ਉਸ ਸਾਕੇ ਨੂੰ ਇਹਨੇ ਆਮਦਨ ਦਾ ਝਗੜਾ ਕਹਿ ਕੇ ਆਪਦੇ ਅਖਬਾਰ ਦੇ ਵਿੱਚ ਦਿੱਤਾ। ਜਿਵੇਂ ਹੁਣ ਕਿਸਾਨੀ ਸੰਘਰਸ਼ ਨੂੰ ਕੋਈ ਭਾਰਤ ਪੱਖੀ ਮੀਡੀਆ ਕਹਿ ਦੇਵੇ ਵੀ ਇਹਦਾ ਤਾਂ ਉਹਨਾਂ ਦਾ ਨਿੱਜੀ ਹੈ ਜੀ, ਇਹਨਾਂ ਦਾ ਕੁਝ ਵੀ ਨਹੀਂ ਗਾਇਬ ਹੀ ਹੈ, ਹਨਾ। ਕਿੱਡਾ ਵੱਡਾ ਸੰਘਰਸ਼, 700 ਲੋਕ ਉੱਥੇ ਜਾਨਾਂ ਗਵਾ ਚੁੱਕੇ ਆ। ਇਹ ਤਾਂ ਮੈਂ ਕਿਸਾਨੀ ਸੰਘਰਸ਼ ਦੀ ਦੱਸਦਾ ਵੀ ਹੁਣ ਅਸੀਂ ਇਸ ਚੀਜ਼ ਨੂੰ ਚੱਲ ਰਹੇ ਹਾਂ, ਸਾਡੇ ਲੋਕ ਸੌਖਾ ਸਮਝ ਲੈਣ। ਤਾਂ ਇਹ ਆਰੀਆ ਸਮਾਜੀ ਬੋਲੀ ਬੋਲਦਾ ਸੀ ਅਤੇ ਲਾਲਾ ਸ਼ਰਾਰਤੀ ਤੇ ਸ਼ੈਤਾਨੀ ਨਾਲ ਗੁਰੂ ਨਾਨਕ ਜੀ ਨੂੰ ਸ਼ਖਸ ਕਹਿਣ ਦੀ ਗੁਸਤਾਖੀ ਕਰਦਾ। ਗੁਰੂ ਨਾਨਕ ਸੱਚੇ ਪਾਤਸ਼ਾਹ ਜਿਹੜੇ ਆਪ ਨਾਰਾਇਣ ਕਲਾ ਧਾਰ ਜਗ ਮੈਂ ਪਰਵਰੇ ਨੂੰ ਇੱਕ ਸ਼ਖਸ ਕਹਿ ਰਿਹਾ, ਇੱਕ ਬੰਦਾ ਇਸ ਤਰ੍ਹਾਂ ਕਹਿ ਰਿਹਾ ਸੱਚੇ ਪਾਤਸ਼ਾਹ ਦੀ ਜਿਹੜੀ ਕਿ ਸ਼ਖਸੀਅਤ ਨੂੰ ਸੱਚੇ, ਤਾਂ ਉਹ ਇਹ ਕਹਿੰਦਾ ਵੀ ਸ਼ਖਸ ਦੀ ਗੁਸਤਾਖੀ ਕਰਦਾ ਸੀ। ਗੁਰੂ ਨਾਨਕ ਜਨਮ ਸਥਾਨ ਨੂੰ ਮੰਦਿਰ ਦਾ ਨਾਂ ਦਿੱਤਾ ਗਿਆ, ਸਿੱਖੀ ਦੀ ਜਿਹੜੀ ਵਿਲੱਖਣਤਾ ਦੀ ਗੱਲ ਆ ਗਈ। ਫਿਰ ਜਨਮ ਸਥਾਨ ਅੰਦਰ ਪ੍ਰਚਲਿਤ ਹਿੰਦੂਵਾਦੀ ਰਸਮਾਂ ਨੂੰ ਬੰਦ ਕਰਵਾ ਕੇ ਪੰਥਕ ਮਰਿਆਦਾ ਸ਼ੁਰੂ ਕਰਵਾਉਣ ਦੇ ਸਿਧਾਂਤਕ ਮਾਮਲੇ ਨੂੰ ਆਮਦਨ ਆਓ ਕੇ ਅਖਤਿਆਰ ਦਾ ਝਗੜਾ ਕਰਾਰ ਦਿੱਤਾ। ਇਹ ਕਿਉਂਕਿ ਕੌਮੀ ਜਿਹੜੀ ਇੱਕ ਲੜਾਈ ਸੀ ਗੁਰਧਾਮ ਆਜ਼ਾਦ ਕਰਾਉਣ ਦੀ, ਉਹਨੂੰ ਇਹ ਕਿਹਾ ਵੀ ਆਮਦਨ ਪਿੱਛੇ ਲੜਦੇ ਆ, ਤੇ ਇਦੋਂ ਵੱਡੀ ਗਦਾਰੀ ਲਾਲੇ ਦੀ ਸਿੱਖਾਂ ਨਾਲ ਕੀ ਹੋ ਸਕਦੀ ਹੈ। ਬਿਲਕੁਲ। ਹੁਣ ਆਪਾਂ ਨਾ ਕੁਝ ਕੁ ਲਾਲੇ ਦੇ ਬਾਰੇ ਤੱਥ ਸਾਂਝੇ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਇਹਦੇ ਬਾਰੇ ਆਪਾਂ ਇੱਕ ਰਾਜਵਿੰਦਰ ਸਿੰਘ ਰਾਏ ਉਹਨਾਂ ਦੇ ਲੇਖ ਦੇ ਵਿੱਚੋਂ ਵੀ ਰੈਫਰੈਂਸ ਲਵਾਂਗੇ। ਉਹਨਾਂ ਨੇ ਜਸਵੀਰ ਸਿੰਘ ਜਿਹੜਾ ਉਹਦਾ ਸਿਰਲੇਖ ਰੱਖਿਆ ਸੀ ਨਾ, ਹੈਡਿੰਗ ਰੱਖੀ ਸੀ, ਉਹ ਬੜੀ ਕਮਾਲ ਦੀ ਸੀ। ਸੋ ਉਹਨਾਂ ਨੇ ਰੱਖੀ ਸੀ ਹੋ ਗਈ ਲਾਲਾ ਲਾਲਾ, ਹਨਾ। ਕਿਉਂਕਿ ਉਹਨਾਂ ਦਿਨਾਂ ਦੇ ਵਿੱਚ ਲਾਲਾ ਲਾਜਪਤ ਰਾਏ ਦੇ ਬਾਰੇ ਕਾਫੀ ਜ਼ਿਆਦਾ ਚਰਚਾ ਚੱਲਿਆ ਬੱਬੂ ਮਾਨ ਦੇ ਗੀਤ ਦੇ ਵਿੱਚ, ਹਨਾ। ਤੇ ਫਿਰ ਉਹਨਾਂ ਨੇ ਸਿਰਲੇਖ ਰੱਖਿਆ ਸੀ ਹੋ ਗਈ ਲਾਲਾ ਲਾਲਾ, ਤੇ ਉਹਨਾਂ ਲਾਲਾ ਲਾਲਾ ਦੇ ਵਿੱਚ ਲੱਭਣ ਦੀ ਕੋਸ਼ਿਸ਼ ਕੀਤੀ। ਅੱਛਾ ਜੀ, ਸਰਦਾਰ ਕਪੂਰ ਸਿੰਘ ਦੇ ਬਾਰੇ ਕੌਣ ਨਹੀਂ ਜਾਣਦਾ। ਸਿੱਖ ਪੰਥ ਦੇ ਵਿੱਚ ਨੈਸ਼ਨਲ ਪ੍ਰੋਫੈਸਰ ਆਫ ਸਿੱਖਿਜ਼ਮ, ਉਹਨਾਂ ਨੇ ਜੋ ਕੰਮ ਕੀਤਾ ਹੈ ਬਹੁਤ ਉੱਚ ਦਰਜੇ ਦਾ, ਦੁਨੀਆ ਪੱਧਰ ਦਾ ਉਹਨਾਂ ਦਾ ਕੰਮ ਆ। ਤੇ ਸਾਚੀ ਸਾਖੀ ਉਹਨਾਂ ਦਾ ਇੱਕ ਕਲਾਸਿਕ ਵਰਕ ਆ। ਸਾਚੀ ਸਾਖੀ ਦੇ ਵਿੱਚ ਜਿਹੜੀਆਂ ਉਹਨਾਂ ਨੇ ਚੀਜ਼ਾਂ ਦਿੱਤੀਆਂ ਬਹੁਤ ਕਮਾਲ ਦੀਆਂ ਨੇ। ਉਹਨਾਂ ਦੇ ਵਿੱਚ ਹੀ ਉਹ 62 ਪੇਜ ਦੇ ਉੱਤੇ ਲਿਖਦੇ ਨੇ। ਇਸ ਕਿਤਾਬ ਦੇ 62 ਪੇਜ ਦਿੱਤੇ ਆ। ਕਈ ਵਾਰੀ ਕੋਈ ਅੱਗੇ ਪਿੱਛੇ ਵੀ ਕਿਸੇ ਹੋਰ ਸਾਚੀ ਸਾਖੀ ਜਿਹੜੇ ਤੁਸੀਂ ਕਿਤੇ ਹੋਰ ਪੜ੍ਹੋ, ਕਿਤੇ ਹੋਰ ਵੀ ਹੋ ਸਕਦਾ। ਉਹਦੇ ਵਿੱਚ ਜਸਵੀਰ ਸਿੰਘ ਜੀ ਇਹ ਜਿਹੜੀ ਗੱਲ ਲਿਖਦੇ ਨੇ, ਕਿਉਂਕਿ ਸਰਦਾਰ ਕਪੂਰ ਸਿੰਘ ਜੀ ਜਿੱਦਣ ਡਾਂਗਾਂ ਵੱਜੀਆਂ ਨੇ ਦਰਸ਼ਕੋ, ਉਦਣ ਕੋਲ ਖੜੇ ਸੀ। ਹੁਣ ਅਸੀਂ ਤੁਹਾਨੂੰ ਪੜ੍ਹ ਕੇ ਸੁਣਾਉਣੇ ਆ, ਅਸੀਂ ਡਾਂਗਾਂ ਵੱਜੀਆਂ ਸ਼ਬਦ ਵਰਤ ਲਿਆ, ਪਰ ਤੁਸੀਂ ਦੇਖਿਓ ਕਿ ਡਾਂਗਾਂ ਵੱਜੀਆਂ ਨੇ ਜਾਂ ਨਹੀਂ ਵੱਜੀਆਂ ਨੇ, ਤੇ ਗੱਲ ਅਸਲ 'ਚ ਹੋਈ ਕੀ। ਜਸਵੀਰ ਸਿੰਘ ਜੀ ਮੈਨੂੰ 2-3 ਮਿੰਟ ਦਿਓ, ਕਿਉਂਕਿ ਇਹ ਹੈਗੀ ਆ 1.5 ਪੇਜ ਦੀ, ਫਿਰ ਆਪਾਂ ਤੁਹਾਨੂੰ ਪੜ੍ਹ ਕੇ ਸੁਣਾਉਣੇ ਆ। ਕੀ ਲਿਖਦੇ ਨੇ ਸਰਦਾਰ ਕਪੂਰ ਸਿੰਘ? ਉਹ ਲਿਖਦੇ ਨੇ ਕਿ ਇਹਨਾਂ ਦਿਨਾਂ ਵਿੱਚ ਇਹਨਾਂ ਸਤਰਾਂ ਦਾ ਲਿਖਾਰੀ ਗੌਰਮੈਂਟ ਕਾਲਜ ਲਾਹੌਰ ਦਾ ਵਿਦਿਆਰਥੀ ਸੀ, ਭਾਵ ਕਿ ਸਰਦਾਰ ਕਪੂਰ ਸਿੰਘ ਵਿਦਿਆਰਥੀ ਸੀ। ਜਿਸ ਦਿਨ ਸਾਈਮਨ ਕਮਿਸ਼ਨ ਲਾਹੌਰ ਪੁੱਜਾ ਉਹ ਅਕਤੂਬਰ ਦਾ ਅੰਤ ਹੋਵੇਗਾ, ਭਾਵ ਕਿ ਅੱਜ ਕਿੰਨੀ ਹੋ ਗਈ, 17 ਤਰੀਕ। ਸੋ ਅੱਜ ਤੋਂ 17 ਕੁ ਦਿਨ ਪਹਿਲਾਂ, ਲਾਲਾ 2 ਹਫ਼ਤੇ ਰਿਹਾ ਸੀ ਉਦੋਂ ਬਾਅਦ ਸੋ ਕਾਲ ਡਾਂਗਾ ਵੱਜਣ ਤੋਂ ਬਾਅਦ, ਉਹ ਅਕਤੂਬਰ ਦਾ ਅੰਤ ਹੋਵੇਗਾ। ਕਿ ਉਹ ਵੀ ਆਪਣੇ ਦੋਹਾਂ ਜਮਾਤੀਆਂ ਨੂੰ ਨਾਲ ਲੈ ਕੇ ਰੇਲਵੇ ਸਟੇਸ਼ਨ ਉੱਤੇ ਤਮਾਸ਼ਾ ਦੇਖਣ ਗਿਆ। ਭਾਵ ਕਿ ਅੱਗੇ ਅੰਗਰੇਜ਼ ਆਉਂਦੇ ਹੈ ਨਾ, ਜਾਂ ਉਹਨਾਂ ਨੂੰ ਦੇਖਣ ਲਈ ਸਟੂਡੈਂਟ ਜਾਂਦੇ ਸੀ ਨਾ, ਜਿਸ ਉਹ ਕਹਿੰਦੇ ਮੈਂ ਵੀ ਆਪਣੇ ਉਹਨਾਂ ਨਾਲ ਤਮਾਸ਼ਾ ਦੇਖਣ ਗਿਆ। ਅੱਗੇ 200 ਆਦਮੀ, ਜਿਨ੍ਹਾਂ ਵਿੱਚ ਲਾਲਾ ਲਾਜਪਤ ਰਾਏ ਤੇ ਪੰਡਿਤ ਮਦਨ ਮੋਹਨ ਮਾਲਵੀਆ ਵੀ ਸਨ, ਸਟੇਸ਼ਨ ਕੋਲ ਪਹੁੰਚੇ ਸਨ।
ਲਾਲਾ ਲਾਜਪਤ ਰਾਏ ਦੇ ਹੱਥ ਦੇ ਵਿੱਚ ਛਤਰੀ ਖੋਲੀ ਹੋਈ ਸੀ, ਭਾਵ ਕਿ ਧੁੱਪ ਲੱਗਦੀ ਸੀ ਲਾਲਾ ਜੀ ਨੂੰ, ਉਹ ਛਤਰੀ ਉਹਨਾਂ ਨੇ ਲਈ ਹੋਈ ਸੀ। ਸੋ ਅਕਤੂਬਰ ਦੇ ਮਹੀਨੇ 'ਚ ਵੈਸੇ ਪਤਾ ਨਹੀਂ ਕਿਵੇਂ ਧੁੱਪ ਲੱਗੀ ਜਾਂਦੀ। ਖੈਰ, ਮੈਂ ਅਰਥਾਤ ਇਹਨਾਂ ਸਤਰਾਂ ਦਾ ਲਿਖਾਰੀ ਤੇ ਮੇਰੇ ਸਾਥੀ ਵੀ ਘੁਸੜ ਕੇ ਲਾਲਾ ਲਾਜਪਤ ਰਾਏ ਜੀ ਦੇ ਕੋਲ ਜਾ ਖਲੋਤੇ। ਸਟੇਸ਼ਨ ਦੇ ਸਾਹਮਣੇ ਵਾਲਾ ਵੱਡਾ ਮੈਦਾਨ ਸਾਰਾ ਹੀ ਖਾਲੀ ਪਿਆ ਸੀ ਤੇ ਅੰਦਰ ਜਾਣ ਦੇ ਰਾਹ ਰੱਸੇਬੰਦੀ ਕਰਕੇ, ਭਾਵ ਕਿ ਉਹ ਬੈਰੀਕੇਡ ਉਸ ਟਾਈਮ ਦੇ ਰੱਸੀਆਂ ਲਾਉਂਦੇ ਹੋਣਗੇ ਨਾ, ਰੱਸੇਬੰਦੀ ਕਰਕੇ ਪੁਲਿਸ ਨੇ ਰੋਕੇ ਹੋਏ ਹਨ। ਕੋਈ 10-15 ਪੁਲਿਸੀਏ, 2 ਗੋਰੇ ਸਾਰਜੈਂਟ ਤੇ 1 ਪੁਲਿਸੀ ਹਾਕਮ, ਜਿਹੜਾ ਕਿ ਕਈ ਵਰੇ ਪਿੱਛੋਂ ਮੈਨੂੰ ਪਤਾ ਲੱਗਾ ਕਿ ਉਹ ਮਿਸਟਰ ਹੈਮਿਲਟਨ ਹਾਰਡਿੰਗ ਸੀ, IP ਅੰਮ੍ਰਿਤਸਰ ਦਾ ਸੀਨੀਅਰ ਪੁਲਿਸ ਸੁਪਰਡੈਂਟ ਸੀ। ਸਾਡਾ ਰਾਹ ਰੋਕੀ ਰੱਸੇਬੰਦੀ ਦੇ ਪਿੱਛੇ ਖੜੇ ਸੀ, ਭਾਵ ਕਿ ਉਹ ਪਿੱਛੇ ਖੜੇ ਸੀਗੇ। ਸਟੇਸ਼ਨ ਦੀ ਹਵੇਲੀ ਦਾ ਦਰਸ਼ਨੀ ਦਲਾਨ, ਜਿੱਥੋਂ ਕਿ ਮੁਸਾਫਰ ਬਾਹਰ ਨਿਕਲਦੇ ਸਨ, ਸਾਥੋਂ ਘੱਟੋ ਘੱਟ 200 ਗਜ ਦੀ ਦੂਰੀ ਦੇ ਉੱਤੇ ਸਰਦਾਰ ਕਪੂਰ ਸਿੰਘ ਜੀ ਕਹਿੰਦੇ ਸੀਗਾ। ਕੁਝ ਚਿਰ ਪਿੱਛੋਂ ਕੁਝ ਮੋਟਰਾਂ, ਭਾਵ ਕਿ ਕਾਰਾਂ, 3 ਜਾਂ 4 ਹੋਣਗੀਆਂ, ਸੱਜੇ ਹੱਥ ਵੱਲ ਸਾਥੋਂ ਪਰਾਂ ਹਵਾ ਹੋ ਗਈਆਂ, ਭਾਵ ਕਿ ਬਹੁਤ ਤੇਜ਼ੀ ਦੇ ਨਾਲ ਨਿਕਲ ਗਈਆਂ। ਤੇ ਸ਼ੱਕ ਪਿਆ ਕਿ ਇਹੋ ਸ਼ਾਹੀ ਕਮਿਸ਼ਨ ਦੇ ਆਪਣੇ ਸਾਈਮਨ ਕਮਿਸ਼ਨ ਦੇ ਬੰਦੇ ਨੇ ਵੀ ਜਿਹੜੇ ਤੇਜ਼ੀ ਦੇ ਨਾਲ ਨਿਕਲ ਗਏ। ਲਾਲਾ ਜੀ ਨੇ ਉੱਚੀ ਆਵਾਜ਼ ਦੇ ਵਿੱਚ ਕਿਹਾ, ਸ਼ੇਮ ਸਾਈਮਨ, ਗੋ ਬੈਕ। ਤੇ ਨਾਲ ਹੀ ਮਾਲਵੀਆ ਜੀ ਨੇ ਪਿੱਛੇ ਤਾਂਗੇ ਵਿੱਚ ਬੈਠਿਆਂ ਹੀ ਇਹੋ ਹੇਕ ਲਾਈ। ਅਸੀਂ ਵੀ ਚੀਖੇ, ਸ਼ੇਮ ਸਾਈਮਨ, ਗੋ ਬੈਕ। ਇਹ ਗੱਲ ਦੀ ਸਾਨੂੰ ਉਦੋਂ ਸਮਝ ਸੀ ਤੇ ਨਾ ਹੁਣ ਪਤਾ ਕਿ ਸਾਈਮਨ ਨੇ ਸ਼ਰਮ ਵਾਲੀ ਕੀ ਕਰਤੂਤ ਕੀਤੀ ਸੀ। ਸਾਈਮਨ ਨੇ ਕਰਤੂਤ ਐਸੀ ਕੀ ਕੀਤੀ ਸੀ ਕਿ ਅਸੀਂ ਵੀ ਉਹਨੂੰ ਸ਼ੇਮ ਕਰੀ ਗਏ। ਪਰ ਇਸ ਸਾਈਮਨ ਨੂੰ ਦੇਖਣ ਲਈ ਅਗਲੀ ਕਤਾਰ ਵਿੱਚ ਖਲੋਤੇ ਅਸੀਂ ਵੀ ਤੇ ਸਾਡੇ ਪਿੱਛੇ ਖਲੋਤੇ ਬਾਕੀ ਆਦਮੀ ਵੀ ਬਹੁਤ ਉਤਾਵਲੇ ਸੀ ਕਿ ਅਸੀਂ ਸਾਈਮਨ ਕਮਿਸ਼ਨ ਦੇਖਣਾ ਹੈਗਾ। ਅੱਛਾ ਜੀ, ਅੱਗੇ ਗੱਲ ਕਰਦੇ ਹਾਂ। ਕਹਿੰਦੇ ਪਿੱਛੇ ਜੋ ਧੱਕਾ ਵੱਜਾ, ਭਾਵ ਕਿ ਸਾਰੇ ਦੇਖਣ ਲੱਗੇ ਵੀ ਸਾਈਮਨ ਜਾਂਦਾ ਹੈ ਨਾ, ਜਿਵੇਂ ਜਨ ਸਿਟੀ ਤੋਂ ਪੈਸੇ ਨਹੀਂ ਚੁੱਕਦੇ ਹੁੰਦੇ ਜਵਾਕ, ਹੈ ਨਾ, ਉਵੇਂ ਧੱਕਾ ਪੈ ਗਿਆ ਉੱਥੇ। ਤੇ ਅੱਗੇ ਦੇਖਣ ਨੂੰ ਕਹਿੰਦੇ ਕੁਝ ਕੁ ਜਾਣੇ ਰੱਸੇ ਟੱਪ ਗਏ, ਜਿਹੜੇ ਉਹ ਰੱਸੇ ਲਾਏ ਸੀ ਨਾ, ਟੱਪ ਗਏ। ਕਹਿੰਦੇ ਇਉਂ ਪੁਲਿਸ ਦੀ ਜਿਹੜੀ ਹੱਦਬੰਦੀ ਸੀਗੀ ਉਹ ਟੁੱਟਣ ਲੱਗੀ ਘੁਸੜ ਮੁਸੜ ਦੇ ਵਿੱਚ। ਇਸ ਸਮੇਂ ਮਿਸਟਰ ਹੈਮਿਲਟਨ ਹਾਰਡਿੰਗ 5-6 ਪੁਲਿਸੀਆਂ ਸਮੇਤ ਸਾਡੇ ਵੱਲ ਵਧੇ। ਹੈਮਿਲਟਨ ਹਾਰਡਿੰਗ ਦੇ ਹੱਥ ਦੇ ਵਿੱਚ ਕੋਈ 3-4 ਫੁੱਟ ਲੰਮੀ ਬੈਂਤ ਦੀ ਮੋਟੀ ਸੋਟੀ ਸੀ, ਭਾਵ ਕਿ ਬੈਂਤ ਸੀ ਉਹਨਾਂ ਦੇ ਹੱਥ ਦੇ ਵਿੱਚ। ਪੁਲਿਸੀਆਂ ਦੇ ਹੱਥਾਂ ਵਿੱਚ ਡਾਂਗਾਂ ਸੀ। ਹੈਮਿਲਟਨ ਹਾਰਡਿੰਗ ਅੱਗੇ ਵਧਿਆ, ਪਰ ਕਿਸੇ ਸਿਪਾਹੀ ਨੇ ਡਾਂਗ ਨਹੀਂ ਉਲਾਰੀ, ਭਾਵ ਕਿ ਕਿਸੇ ਨੇ ਡਾਂਗ ਹਵਾ ਦੇ ਵਿੱਚ ਨਹੀਂ ਉਲਾਰੀ। ਹੈਮਿਲਟਨ ਹਾਰਡਿੰਗ ਸੋਟੀ ਉਲਾਰ ਕੇ ਉਸਨੂੰ ਹਵਾ ਦੇ ਵਿੱਚ ਮਾਰਦਾ, ਭਾਵ ਕਿ ਉਹਨੇ ਪਿੱਛੇ ਕਰ ਰਹੇ ਸੀ, ਪਿੱਛੇ ਹੋ ਜਾਓ, ਹੈ ਨਾ, ਵੀ ਪਿੱਛੇ ਹੋ ਜਾਓ, ਰੱਸੀ ਨਾ ਤੋੜੋ। ਤੇ ਜਿੱਥੇ ਲਾਲਾ ਲਾਜਪਤ ਰਾਏ ਖੜੇ ਸੀ, ਰੱਸੀ ਕੋਲ ਆਇਆ, ਸੋ ਉੱਥੇ ਵੀ ਆਇਆ। ਉਹਨੇ ਕਿਹਾ, ਪਿੱਛੇ ਹਟੋ, ਗੈਟ ਬੈਕ। ਤੇ ਉਦੋਂ ਬਾਅਦ ਉਸ ਸਮੇਂ ਸਿਰਫ ਇੱਕ ਵਾਰ ਉਸ ਦੀ ਲਾਲਾ ਜੀ ਦੀ ਛਤਰੀ ਦੇ ਨਾਲ ਮੈਂ ਦੁਬਾਰੇ ਪੜ੍ਹਦਾ, ਉਸ ਸਮੇਂ ਸਿਰਫ ਇੱਕ ਵਾਰ ਉਸ ਦੀ ਬੈਂਤ ਲਾਲਾ ਜੀ ਦੀ ਛਤਰੀ ਦੇ ਉਤਲੇ ਪਾਸੇ ਲੱਗੀ। ਬਸ ਇਤਨੇ ਚਿਰ ਵਿੱਚ ਸਾਈਮਨ ਕਮਿਸ਼ਨ ਵਾਲੇ ਸਟੇਸ਼ਨ ਤੋਂ ਕਈ ਮੀਲ ਦੂਰ ਜਾ ਚੁੱਕੇ ਸਨ ਤੇ ਅਸੀਂ ਸਾਰੇ ਘਰੋਂ ਘਰੀ ਮੁੜ ਆਏ। ਸੋ ਇਹ ਹੁਣ ਆਪਣੇ ਮੇਰੇ ਹੱਥ ਦੇ ਵਿੱਚ ਮੰਨ ਲਓ ਇਹ ਛਤਰੀ ਆ ਜਸਵੀਰ ਸਿੰਘ ਜੀ, ਹੈ ਨਾ, ਇੱਥੇ ਸਾਈਮਨ ਕਮਿਸ਼ਨ ਦੀ ਆ ਕੇ ਇਹ ਵੱਜੀ। ਇਹਦੇ ਨਾਲ ਕੀ ਹੋ ਜਾਊਗਾ, ਮੰਨ ਲਓ ਇਹ ਰਿਮੋਟ ਦੇ ਨਾਲ ਮੇਰੇ ਮੋਬਾਈਲ ਨੂੰ ਕੀ ਹੋ ਜਾਊਗਾ, ਕੱਖ ਨਹੀਂ ਹੋਣਾ ਇਹਨੂੰ, ਹਨਾ। ਛਤਰੀ ਦੇ ਉੱਤੇ ਬੈਂਤ ਦਾ ਡੰਡਾ ਵੱਜਿਆ ਇੱਕ ਵਾਰੀ ਜਦੋਂ ਪਿੱਛੇ ਕਰ ਰਿਹਾ ਸੀ, ਗੈਟ ਬੈਕ, ਹਨਾ। ਸੋ ਉਦੋਂ ਬਾਅਦ ਦੇ ਵਿੱਚ ਕੀ ਹੋਇਆ ਆਪਾਂ ਉਹ ਵੀ ਦਰਸ਼ਕਾਂ ਨੂੰ ਦੱਸਦੇ ਹਾਂ। ਸੋ ਉਦੋਂ ਬਾਅਦ ਸਰਦਾਰ ਕਪੂਰ ਸਿੰਘ ਆਪਣੇ ਬਾਰੇ ਦੱਸਦੇ ਆ ਕਿ ਚਲੋ ਇੱਕ ਲਾਈਨ ਆ ਵੀ ਪੜ੍ਹ ਲੈਂਦੇ ਹਾਂ। ਮਿਸਟਰ ਸਕਾਟ ਸੀਨੀਅਰ ਪੁਲਿਸ ਸੁਪਰਡੈਂਟ, ਜਿਸ ਨੂੰ ਉਸੇ ਸ਼ਾਮ ਲਾਲਾ ਲਾਜਪਤ ਰਾਏ ਨੂੰ ਡਾਂਗਾ ਨਾਲ ਕੁੱਟਣ ਦਾ ਦੋਸ਼ੀ ਥਾਪਿਆ ਗਿਆ, ਭਾਵ ਕਿ ਦੋਸ਼ੀ ਥਾਪਤਾ ਕਿ ਇਹਨੇ ਮਿਸਟਰ ਸਕਾਟ ਨੇ ਲਾਲਾ ਲਾਜਪਤ ਰਾਏ ਨੂੰ ਉੱਥੇ ਕੁੱਟਿਆ ਡੰਗ ਨਾਲ। ਇਹ ਸਾਰਾ ਸਮਾਂ ਸਾਡੇ 100 ਗਜ ਕਿਤੇ ਵੀ ਨਹੀਂ ਸੀ ਸੁਣਿਆ, ਤੇ ਸੁਣਿਆ ਹੈ ਕਿ ਉਹ ਸਾਰਾ ਸਮਾਂ ਰੇਲਵੇ ਸਟੇਸ਼ਨ ਦੇ ਅੰਦਰ ਪਲੇਟਫਾਰਮ ਉੱਤੇ ਹੀ ਮੌਜੂਦ ਰਿਹਾ। ਮਿਸਟਰ ਸਾਂਡਰਸ ਅਸਿਸਟੈਂਟ ਸੁਪਰਡੈਂਟ ਪੁਲਿਸ, ਜਿਸ ਨੂੰ ਘਟਨਾ ਦੇ ਕੋਈ 2 ਮਹੀਨੇ ਪਿੱਛੋਂ ਨੌਜਵਾਨ ਨੈਸ਼ਨਲਿਸਟ ਸਿੱਖ ਲਿਖਿਆ, ਭਗਤ ਸਿੰਘ ਜਾਂ ਉਸਦੇ ਸਾਥੀ ਨੇ ਮੇਰੀਆਂ ਅੱਖਾਂ ਦੇ ਸਾਹਮਣੇ ਗੋਲੀ ਦੇ ਨਾਲ ਉਡਾ ਦਿੱਤਾ ਸੀ ਅਤੇ ਨਾਲ ਹੀ ਆਪਣੇ ਸਾਥੀ ਅਫਸਰ ਨੂੰ ਬਚਾਉਣ ਦਾ ਧਰਮ ਪਾਲਣ ਕਰਦੇ ਸਿੱਖ ਅਤੇ ਇਸ ਦੋਸ਼ ਵਿੱਚ ਨਿਰਦੋਸ਼ੀ ਹਵਾਲਦਾਰ ਚੰਨਣ ਸਿੰਘ ਨੂੰ ਮਾਰ ਸੁੱਟਿਆ। ਉਹ ਸਾਂਡਰਸ ਉਸ ਦਿਨ ਸਾਈਮਨ ਕਮਿਸ਼ਨ ਦੀ ਆਮਦ ਉੱਤੇ ਲਾਹੌਰ ਰੇਲਵੇ ਸਟੇਸ਼ਨ ਦੇ
5-5 ਮੀਲ ਦੀ ਕਿਤੇ ਨੇੜੇ ਤੇੜੇ ਨਹੀਂ ਸੀ। ਦਰਸ਼ਕੋ ਤੁਸੀਂ ਅੰਦਾਜ਼ਾ ਲਾਓ ਕਿ ਕਿਵੇਂ ਭਾਈ ਭਗਤ ਸਿੰਘ ਹੋਰਾਂ ਨੂੰ, ਉਹਨਾਂ ਨੂੰ ਭਾਈ ਭਗਤ ਸਿੰਘ ਹੀ ਕਹਿੰਦੇ ਸੀ, ਬਾਬਾ ਗਦਰੀ ਬਾਬੇ, ਉਹਨਾਂ ਨੂੰ ਇਹਦੇ ਟਰੈਪ ਦੇ ਵਿੱਚ ਲਿਆਂਦਿਆ ਗਿਆ। ਜਿਹੜਾ ਬੰਦਾ ਵਿਚਾਰਾ ਮਾਰਤਾ ਉਹ ਕਿਤੇ ਨੇੜੇ ਤੇੜੇ ਵੀ ਨਹੀਂ ਸਰਦਾਰ ਕਪੂਰ ਸਿੰਘ ਕਹਿੰਦੇ ਦਿਖ ਰਿਹਾ ਸੀ। ਜਿੱਦਣ ਮਾਰਿਆ ਉਹਨਾਂ ਨੂੰ ਉਦਣ ਵੀ ਸਰਦਾਰ ਕਪੂਰ ਸਿੰਘ ਕਾਲਜ ਦੀ ਆਪਣੇ ਛੱਤ ਦੇ ਉੱਤੇ ਖੜੇ ਸੀ। ਇਹਨਾਂ ਬਾਅਦ 'ਚ ਸਰਦਾਰ ਕਪੂਰ ਸਿੰਘ ਨੂੰ ਵੀ ਪੁੱਛਿਆ ਗਿਆ ਕਿ ਤੁਸੀਂ ਗਵਾਹ ਸੀ ਸ਼ਹੀਦ ਭਗਤ ਸਿੰਘ ਦੇ, ਪਰ ਸਰਦਾਰ ਕਪੂਰ ਸਿੰਘ ਉੱਥੇ ਗੱਲ ਗੋਲ ਮੋਲ ਕਰ ਗਏ। ਇਹਨਾਂ ਨੇ ਪਛਾਣ ਨਹੀਂ ਕੀਤੀ ਸ਼ਹੀਦ ਭਗਤ ਸਿੰਘ ਹੋਰਾਂ ਦੀ ਮਾਰਨ ਵਾਲਿਆਂ ਦੇ ਵਿੱਚ, ਕਿਉਂਕਿ ਸੀਗਾ ਕਿ ਸਜ਼ਾ ਨਾ ਹੋਵੇ। ਹੁਣ ਜਸਵੀਰ ਸਿੰਘ ਜੀ ਅੱਗੇ ਚੱਲੀਏ ਆਪਾਂ ਜੀ। ਸੋ ਅੱਗੇ ਕਹਿੰਦੇ ਨੇ ਸਰਦਾਰ ਕਪੂਰ ਸਿੰਘ ਜੀ ਕਿ ਫਿਰ ਥੋੜੇ ਆਪਣੇ ਹਾਂਜੀ ਸਨ 1942 ਦੇ ਵਿੱਚ ਜਦੋਂ ਕਿ ਮੈਂ ਕਰਨਾਲ ਜ਼ਿਲ੍ਹੇ ਵਿੱਚ ਡਿਪਟੀ ਕਮਿਸ਼ਨਰ ਸੀ, ਮਿਸਟਰ ਹੈਮਿਲਟਨ ਹਾਰਡਿੰਗ ਅੰਬਾਲਾ ਰੇਂਜ ਦੇ ਡਿਪਟੀ ਇੰਸਪੈਕਟਰ ਜਨਰਲ ਸੀ, ਤਾਂ ਇੱਕ ਸਮੇਂ ਅਸੀਂ ਇਕੱਠੇ ਖਾਣੇ ਦੇ ਰਾਤ ਦੇ ਖਾਣੇ ਤੇ ਇਕੱਠੇ ਹੋਏ। ਉਹਨਾਂ ਮੈਨੂੰ ਕਥਾ ਸੁਣਾਈ ਕਿ ਸਨ 1928 ਦੇ ਵਿੱਚ ਸਾਈਮਨ ਕਮਿਸ਼ਨ ਦੀ ਆਮਦ ਵੇਲੇ ਹਵਾ ਵਿੱਚ ਬੈਂਤ ਉਸਨੇ ਹੀ ਘੁਮਾਈ ਸੀ, ਭਾਵ ਕਿ ਉਹੀ ਸੀਗਾ ਜਿਹੜਾ ਸਰਦਾਰ ਕਪੂਰ ਸਿੰਘ ਨੂੰ ਦੱਸ ਰਿਹਾ ਹੈਗਾ। ਸਾਈਮਨ ਕਮਿਸ਼ਨ ਦੀ ਆਮਦ ਵੇਲੇ ਹਵਾ ਵਿੱਚ ਬੈਂਤ ਉਸਨੇ ਹੀ ਘੁਮਾਈ ਸੀ, ਜੋ ਕਿ ਲਾਲਾ ਲਾਜਪਤ ਰਾਏ ਦੀ ਛਤਰੀ ਉੱਤੇ ਜਾ ਲੱਗੀ ਸੀ। ਉਸਨੇ ਦੱਸਿਆ ਕਿ ਮਿਸਟਰ ਸਕਾਟ ਉਸ ਸਮੇਂ ਅੰਦਰ ਰੇਲਵੇ ਪਲੇਟਫਾਰਮ ਦੇ ਉੱਤੇ ਹੀ ਰਿਹਾ ਸੀ ਤੇ ਲਾਲਾ ਲਾਜਪਤ ਰਾਏ ਨੇ ਆਪਣੇ ਇੱਕ ਪੁਰਾਣੀ ਜਾਤੀ ਜੜ ਕੱਢਣ ਲਈ, ਜਿਸ ਦਾ ਵਰਣਨ ਵਿਸਥਾਰ ਲਾਲਾ ਜੀ ਨੇ ਉੱਚ ਕੀਰਤੀ ਵਿੱਚ ਕਿਵੇਂ ਵੀ ਵਾਧਾ ਨਹੀਂ ਕੀਤਾ ਜਾ ਸਕਦਾ, ਪਤਾ ਨਹੀਂ ਕੀ ਹੋ ਵਰਤਾਂਤ ਹੋ। ਸਕਾਟ ਦੇ ਖਿਲਾਫ ਇਹ ਕਹਾਣੀ ਘੜ ਲਈ ਕਿ ਸਕਾਟ ਨੇ ਲਾਲਾ ਜੀ ਦੀ ਛਾਤੀ ਦੇ ਉੱਤੇ ਡਾਂਗਾਂ ਮਾਰੀਆਂ ਨੇ। ਮੈਂ ਉਸ ਵੇਲੇ ਹੈਮਿਲਟਨ ਹਾਰਡਿੰਗ ਨੂੰ ਇਹ ਪ੍ਰਗਟਣਾ ਕੀਤਾ ਕਿ 14 ਵਰ੍ਹੇ ਪਹਿਲਾਂ ਮੈਂ ਇਹ ਸਭ ਆਪਣੀਆਂ ਅੱਖਾਂ ਨਾਲ ਡਿੱਠਿਆ ਹੈ, ਪਰ ਮੇਰੇ ਮਨ ਵਿੱਚ ਇਸ ਅੰਗਰੇਜ਼ ਅਫਸਰ ਦੀ ਸੱਚਾਈ ਦਾ ਡੂੰਘਾ ਪ੍ਰਭਾਵ ਪਿਆ ਕਿ ਕਿਤੇ 14 ਵਰ੍ਹੇ ਬੀਤਣ ਪਿੱਛੋਂ ਵੀ ਜਦੋਂ ਕਿ ਇਸ ਘਟਨਾ ਨੂੰ ਦੇ ਬੜੇ ਦੁਖਾਂਤਕ ਸਿੱਟੇ ਨਿਕਲ ਚੁੱਕੇ ਹਨ, ਇਹ ਆਦਮੀ ਸੱਚ ਨੂੰ ਵਧਾ ਘਟਾ ਕੇ ਨਹੀਂ ਦੱਸ ਰਿਹਾ। ਸੋ ਇਹ ਤਾਂ ਹੈਗੀ ਹੈ ਸਰਦਾਰ ਕਪੂਰ ਸਿੰਘ ਦੀ, ਬਹੁਤ ਟੌਪ ਦੇ ਪੰਥ ਦੇ ਆਪਣੇ ਰਾਈਟਰ ਨੇ। ਹੁਣ ਜਸਵੀਰ ਸਿੰਘ ਜੀ ਆਪਾਂ ਇੱਕ ਨਿੱਕੀ ਜਿਹੀ ਬ੍ਰੇਕ ਲੈਂਦੇ ਹਾਂ, ਉਸ ਤੋਂ ਬਾਅਦ ਫਿਰ ਆ ਕੇ ਦਰਸ਼ਕਾਂ ਨੂੰ ਆਪਾਂ ਦੱਸਾਂਗੇ ਕਿ ਤੁਸੀਂ ਇਹ ਤੇ ਕੋਈ ਕਮੈਂਟ ਕਰਨਾ ਤੋਂ ਬਾਅਦ ਦੇ ਵਿੱਚ ਕਰ ਲਿਓ ਫਿਰ ਕਿ ਹੋਰ ਅਜੇ ਕਿਹੜੇ ਝੂਠ ਨੇ ਲਾਲੇ ਦੀ ਠੱਗੀ ਦੇ। ਸੋ ਜਿਹੜਾ ਸਰਦਾਰ ਕਪੂਰ ਸਿੰਘ ਦੀ ਆਪਾਂ ਸਾਰੀ ਸਟੋਰੀ ਦੱਸੀ ਆ ਜੀ, ਇਹੋ ਹੀ ਆ ਵੀ ਜਦੋਂ ਅਸੀਂ ਇਤਿਹਾਸ ਨੂੰ ਦੇਖਦੇ ਹਾਂ, ਕਿਸੇ ਵੀ ਘਟਨਾ ਦਾ ਜਿਹੜਾ ਕਿ ਉਹ ਸੱਚ ਤੇ ਝੂਠ ਔਰ ਉਹਦਾ ਸਹੀ ਨਿਰਣਾ ਕਰਨ ਦੇ ਵਾਸਤੇ ਸਾਨੂੰ ਉਸ ਸਮੇਂ ਦੇ ਸਮਕਾਲੀ ਇਤਿਹਾਸਕਾਰ ਤੇ ਉਹਨਾਂ ਦੇ ਕੋਈ ਜਿਹੜੇ ਨਜ਼ਦੀਕੀ ਲੋਕ ਹੁੰਦੇ ਉਹਨਾਂ ਦੀਆਂ ਕਥਾ ਕਹਾਣੀਆਂ ਸੁਣਨੀਆਂ ਪੈਂਦੀਆਂ। ਤੇ ਲਾਲਾ ਲਾਜਪਤ ਰਾਏ, ਜਿਨ੍ਹਾਂ ਨੂੰ ਅੱਜ ਭਾਰਤ ਦੇ ਵਿੱਚ ਬਹੁਤ ਸਾਰਾ ਮੀਡੀਆ ਜਿਹੜਾ ਹੈਗਾ ਬਹੁਤ ਮਹਾਨ ਸ਼ਹੀਦ, ਪੰਜਾਬ ਕੇਸਰੀ, ਸੂਰਮੇ, ਡਾਂਗਾ ਨਾਲ ਸ਼ਹੀਦ ਹੋਣ ਵਾਲੇ ਕਹਿ ਕੇ ਜਦੋਂ ਪ੍ਰਚਾਰ ਰਿਹਾ, ਤਾਂ ਉਦੋਂ ਅਸੀਂ ਜਿਹੜਾ ਇਹ ਸੱਚ ਹੈਗੇ ਜਿਹੜਾ ਅਸਲ ਸੱਚ ਹੈ ਉਹਨੂੰ ਅਸੀਂ ਅੱਖੋਂ ਪਰੋਖੇ ਨਹੀਂ ਕਰ ਸਕਦੇ। ਔਰ ਇਹ ਕੋਈ ਬਣਾਈ ਹੋਈ ਗੱਲ ਨਹੀਂ ਗੀ। ਖਾਸ ਕਰਕੇ ਅਸੀਂ ਸਿੱਖ ਪੱਖ ਤੋਂ ਦੇਖੀਏ ਤਾਂ ਨਨਕਾਣਾ ਸਾਹਿਬ ਦਾ ਜਿਹੜਾ ਸੱਕ ਹੈ, ਖੂਨੀ ਸੱਕ ਹੈ, ਉਹਨਾਂ ਦੇ ਨਾਲ ਮਿੱਤਰਤਾ ਰੱਖਣ ਵਾਲੇ ਲਾਲਾ ਲਾਜਪਤ ਰਾਏ ਸਾਡੀ ਨਿਗਾਹ ਦੇ ਵਿੱਚ ਕਦੇ ਸ਼ਹੀਦ ਨਹੀਂ ਹੋ ਸਕਦੇ ਜੀ। ਲਓ ਜੀ, ਹੁਣ ਅਸੀਂ ਨਾ ਦਰਸ਼ਕ ਤੁਹਾਡੇ ਨਾਲ ਕੁਝ ਉਸ ਸ਼ਖਸੀਅਤਾਂ, ਉਹਨਾਂ ਮਹਾਨ ਯੋਧਿਆਂ ਦੀਆਂ ਕੁਝ ਗੱਲਾਂ ਸਾਂਝੀਆਂ ਕਰਨ ਜਾ ਰਹੇ ਹਾਂ। ਲਾਲਾ ਜੀ ਬਾਰੇ ਉਹਨਾਂ ਦੇ ਉੱਤਮ ਵਿਚਾਰ ਕੀ ਨੇ। ਪਹਿਲਾਂ ਬਾਬਾ ਸੋਹਣ ਸਿੰਘ ਜੀ ਭਗਨਾ, ਗਦਰ ਲਹਿਰ ਦੇ ਰੂਹੇ ਰਮਾ ਨੇ ਜਸਵੀਰ ਸਿੰਘ ਜੀ, ਜਿਨ੍ਹਾਂ ਦੀ ਕਰਨੀ ਆ ਜਿਹੜੀ, ਜਿਨ੍ਹਾਂ ਦੀ ਘਾਲਣਾ ਗੀ, ਉਹਨਾਂ ਨੂੰ ਸਦਾ ਹੀ ਆਪਣਾ ਸਿਰ ਝੁਕਦਾ ਗਾ। ਉਹ ਦੋ ਸਰਕਾਰਾਂ ਦੇ ਵਿਰੁੱਧ ਲੜੇ। ਉਹ ਗੋਰੀ ਸਰਕਾਰ ਦੇ ਵਿਰੁੱਧ ਵੀ ਲੜੇ। ਵੈਸੇ ਪਹਿਲਾਂ ਉਹ ਅਮਰੀਕਨ ਸਿਸਟਮ ਦੇ ਨਾਲ ਵੀ ਲੜ ਕੇ ਆਏ, ਜਿਹੜਾ ਉੱਥੇ ਧੱਕਾ ਹੁੰਦਾ ਸੀਗਾ, ਆਮ ਜਿਹੜੇ ਪ੍ਰਵਾਸੀ ਉੱਥੇ ਕੰਮ ਕਰਨ ਗਏ ਹੁੰਦੇ ਸੀ। ਉਦੋਂ ਬਾਅਦ ਦੇ ਵਿੱਚ ਆ ਕੇ ਗੋਰੀ ਸਰਕਾਰ ਵਿਰੁੱਧ ਲੜੇ। ਫਿਰ ਉਹ ਭਾਰਤ ਸਰਕਾਰ ਦੇ ਵਿਰੁੱਧ ਲੜੇ। ਉਹਨਾਂ ਨੂੰ ਜੇਲ੍ਹ ਦੇ ਵਿੱਚ ਰੱਖਿਆ ਕਿ ਉਹ ਜੇਲ੍ਹ ਦੇ ਵਿੱਚ ਰੱਖਣ ਕਰਕੇ ਕੁੱਬੇ ਹੋ ਗਏ। ਬਾਬਾ ਸੋਹਣ ਸਿੰਘ ਜੀ ਭਗਨਾ 1967 ਦੇ ਵਿੱਚ ਉਹ ਚੜ੍ਹਾਈ ਕਰਦੇ ਨੇ। ਬਾਬਾ ਸੋਹਣ ਸਿੰਘ ਜੀ ਭਗਨਾ ਕੀ ਕਹਿੰਦੇ ਨੇ? ਬਾਬਾ ਸੋਹਣ ਸਿੰਘ ਭਕਨੇ ਨੇ ਜੇਲ੍ਹ ਵਿੱਚ ਹੀ ਆਪਣੀ ਸਵੈ ਜੀਵਨੀ ਮੇਰੀ ਰਾਮ ਕਹਾਣੀ ਵਿੱਚ ਲਿਖੀ ਹੈ, ਜੋ 1930 ਦੇ ਵਿੱਚ ਮਹੀਨੇਵਾਰ ਕਿਰਤੀ, ਰੋਜ਼ਾਨਾ ਅਤੇ ਅਕਾਲੀ ਤੇ ਪਰਦੇਸੀ ਦੇ ਵਿੱਚ ਛਪੀ ਸੀ। 30 ਮਾਰਚ 1930 ਦੇ ਅਕਾਲੀ ਤੇ ਪਰਦੇਸੀ ਦੇ ਵਿੱਚ ਛਪੀ ਕਿਸ਼ਤ ਦੇ ਵਿੱਚੋਂ ਸੰਕੇਤ ਮਿਲ ਜਾਂਦਾ ਹੈ ਕਿ ਲਾਲਾ ਲਾਜਪਤ ਰਾਏ ਦਾੜੇ ਤੇ ਕੇਸਾਂ ਤੇ ਦਸਤਾਰਾਂ ਵਾਲੇ ਸਿੱਖ ਕਾਮਿਆਂ ਪ੍ਰਤੀ ਕਿੰਨਾ ਤਵੱਸਵੀ ਵਿਚਾਰ ਰੱਖਦਾ ਸੀ। ਬਾਬਾ ਜੀ ਨੇ ਲਿਖਿਆ, ਵਪਾਰ ਤੇ ਬਾਹੀ ਤੋਂ ਛੁੱਟ ਹੁਣ ਸਾਡੀ ਮਜਬੂਰੀ ਸੀ ਕਿ ਅਮਰੀਕਨਾਂ ਦੀਆਂ ਅੱਖਾਂ ਦਾ ਕੰਡਾ ਬਣ ਗਈ ਸੀ। ਮਜ਼ਦੂਰੀ ਭਾਵ ਮਜਬੂਰੀ ਨਹੀਂ। ਉੱਥੋਂ ਦਾ ਮਜ਼ਦੂਰ ਧੜਾ ਹਿੰਦੁਸਤਾਨੀਆਂ ਨੂੰ ਅਮਰੀਕਾ ਵਿੱਚੋਂ ਕੱਢਣ ਲਈ ਹੱਥ ਪੈਰ ਧੋ ਕੇ ਪਿੱਛੇ ਪੈ ਗਿਆ ਸੀ। ਅਖੀਰ ਵਿੱਚ 2 ਲੱਕੜੀ ਦੇ ਕਾਰਖਾਨਿਆਂ ਵਿੱਚੋਂ ਮਜ਼ਦੂਰੀ ਕਰਨ ਵਾਲੇ ਹਿੰਦੀਆਂ ਨੂੰ ਰਾਤ ਸਮੇਂ ਮਾਰ-ਮਾਰ ਕੇ ਕੱਢ ਦਿੱਤਾ ਗਿਆ। ਸ਼ਾਇਦ ਪਾਠ ਕੇ ਖਿਆਲ ਕਰ ਰਹੇ ਕਿ ਇਹਨਾਂ ਕਾਰਖਾਨਿਆਂ ਵਿੱਚ ਦਸਤਾਰਾਂ ਵਾਲੇ ਪੰਜਾਬੀ ਸਿੱਖ ਹੋਣਗੇ, ਜਿਨ੍ਹਾਂ ਨੂੰ ਲਾਲਾ ਲਾਜਪਤ ਰਾਏ ਆਦਿਕ ਦੇ ਖਿਆਲ ਅਨੁਸਾਰ ਅਮਰੀਕਨ ਇਸ ਵਾਸਤੇ ਹੋਸ਼ੀ ਨਿਗਾਹ ਨਾਲ
ਨਹੀਂ ਸਨ ਦੇਖਦੇ ਕਿ ਉਹਨਾਂ ਦੇ ਦਾੜੇ ਤੇ ਕੇਸ ਤੇ ਦਸਤਾਰਿਆਂ ਦੇ ਕਾਰਨ ਉਹ ਮੈਲੇ ਕੁਚਲੇ ਰਹਿੰਦੇ ਹਨ। ਉਹਨਾਂ ਦਾ ਚਾਲ ਚੱਲਣ ਵੀ ਦਸਤਾਰਾਂ ਤੇ ਪਗੜੀਆਂ ਵਾਲੇ ਨਹੀਂ ਸਨ, ਸਗੋਂ ਟੋਪੀਆਂ ਵਾਲੇ ਜੈਂਟਲਮੈਨ ਹਿੰਦੀ ਸਨ ਜਿਨ੍ਹਾਂ ਦੀ ਇਹ ਦੁਰਗਤ ਹੋਈ। ਸੋ ਭਾਵ ਕਿ ਲਾਲੇ ਨੇ ਇੱਥੇ ਉਹਨਾਂ ਨੂੰ ਮੈਲੇ ਕਚਲੇ ਆਖਿਆ, ਭਾਵ ਕਿ ਜਿਹੜੇ ਉੱਥੇ ਕਾਮੇ ਹੁੰਦੇ ਸੀਗੇ। ਸੋ ਅੱਗੇ ਚੱਲਦੇ ਆਪਾਂ। ਅੱਗੇ ਨੇ ਪਰਮਾਨੰਦ ਲਾਹੌਰ। ਪਰਮਾਨੰਦ ਲਾਹੌਰ ਵੀ ਆਰੀਆ ਸਮਾਜੀ ਸੀਗੇ। ਇਹ ਉਦੋਂ ਬਰਕਲੇ ਯੂਨੀਵਰਸਿਟੀ ਦੇ ਵਿੱਚ ਪੜ੍ਹਾਉਂਦੇ ਸੀ ਜਾਂ ਪੜ੍ਹਦੇ ਸੀ। ਸਰਦਾਰ ਕਰਤਾਰ ਸਿੰਘ ਸਰਾਭੇ ਨੂੰ ਮਿਲੇ ਸੀਗੇ। ਅਸੀਂ ਬੜੀ ਤੇਜ਼ੀ ਨਾਲ ਦਰਸ਼ਕਾਂ ਤੁਹਾਡੇ ਨਾਲ ਸਾਂਝਾ ਕਰਦੇ ਹਾਂ। ਪਰਮਾਨੰਦ ਲਾਹੌਰ ਕੀ ਲਿਖਦੇ ਨੇ ਲਾਲਾ ਲਾਜਪਤ ਰਾਏ ਬਾਰੇ। ਉਹ ਕਹਿੰਦੇ ਨੇ ਕਿ ਭਾਈ ਪਰਮਾਨੰਦ ਨੂੰ ਲਾਹੌਰ ਨੂੰ ਗਦਰੀ ਬਾਬਿਆਂ ਨਾਲ ਫਾਂਸੀ ਦਾ ਹੁਕਮ ਹੋਇਆ ਸੀ, ਜਿਸ ਨੂੰ ਬਾਅਦ ਦੇ ਵਿੱਚ ਉਮਰ ਕੈਦ ਦੇ ਵਿੱਚ ਬਦਲ ਦਿੱਤਾ ਗਿਆ ਸੀ। ਉਹਨੇ ਵੀ ਚਿੱਠੀ ਲਿਖਤੀ ਸੀ, ਜੇਕਰ ਮੈਂ ਗਲਤ ਨਾ ਹੋਵਾਂ, ਤੇ ਲਾਲਾ ਲਾਜਪਤ ਰਾਏ ਵਾਂਗੂ। ਭਾਈ ਜੀ ਨੇ ਰਿਹਾ ਹੋਣ ਤੋਂ ਬਾਅਦ 22 ਫਰਵਰੀ 1928 ਦੇ ਪਰਚੇ ਹਿੰਦੂ ਵਿੱਚ ਲਿਖਿਆ ਕਿ ਅਮਰੀਕਾ ਨਿਵਾਸੀ ਹਿੰਦੀ ਦੇਸ਼ ਭਗਤਾਂ ਨੇ ਲਾਲਾ ਲਾਜਪਤ ਰਾਏ ਨੂੰ, ਜਦੋਂ ਉਹ ਅਮਰੀਕਾ ਗਏ ਹੋਏ ਸੀ ਤੇ ਭਾਈ ਜੀ ਨੂੰ ਅੰਡੇਮਾਨ ਜੇਲ੍ਹ ਵਿੱਚ ਕੈਦ, ਭਾਈ ਜੀ ਅੰਡੇਮਾਨ ਜੇਲ੍ਹ ਵਿੱਚ ਕੈਦ ਸਨ। ਭਾਈ ਜੀ ਦੇ ਪਰਿਵਾਰ ਦੀ ਸਹਾਇਤਾ ਲਈ 11,000 ਰੁਪਏ ਭੇਜੇ ਸਨ, ਜੋ ਪਰਿਵਾਰ ਨੂੰ ਨਹੀਂ ਮਿਲੇ। ਭਾਵ ਕਿ ਜਿਹੜੇ ਕੈਦੀ ਪਰਿਵਾਰਾਂ ਦੇ ਲਈ ਲਾਲਾ ਲਾਜਪਤ ਰਾਏ ਹੱਥ ਪੈਸੇ ਭੇਜੇ ਸੀ 11,000, ਇਹ ਨਹੀਂ ਮਿਲੇ। ਇਹਦਾ ਪਰਮਾਨੰਦ ਕਹਿ ਰਿਹਾ। ਜਿਹੜੇ 70,000 ਗਦਰੀਆਂ ਦੇ ਖਾ ਗਏ ਸੀ, ਉਹਦੀ ਵੀ ਆਪਾਂ ਗੱਲ ਕਰਾਂਗੇ ਅੱਗੇ ਰਹਿੰਦੇ ਸਮੇਂ ਦੇ ਵਿੱਚ। ਹਾਂਜੀ, ਹੁਣ ਆਪਾਂ ਮੋਟੇ ਕਰ ਲੈਂਦੇ ਹਾਂ, ਤੇ ਕਿਉਂਕਿ ਬਹੁਤ ਜ਼ਿਆਦਾ ਨੇ ਸਾਡੇ ਕੋਲ। ਚਲੋ ਸ਼ਹੀਦ ਭਗਤ ਸਿੰਘ ਦੇਖਦੇ ਹਾਂ ਆਪਾਂ ਕੀ ਕਹਿੰਦੇ ਆ। ਜਿਹੜੇ ਕੁਝ ਨਾਮੀ ਯੋਧੇ ਨੇ ਉਹ ਕੀ ਕਹਿੰਦੇ ਨੇ। ਆਪਾਂ ਕਰਤਾਰ ਸਿੰਘ ਸਰਾਭੇ ਹੋਰਾਂ ਦੀ ਵੀ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ ਜਦੋਂ ਆਪਣੇ ਕੋਲ ਉਹ ਆਉਂਦਾ ਗਾ। ਹਾਂਜੀ, ਸ਼ਹੀਦ ਭਗਤ ਸਿੰਘ ਕਹਿੰਦੇ ਨੇ ਕਿ 1924 ਦੀ ਵਿੱਚ ਕੇਂਦਰੀ ਅਸੈਂਬਲੀ ਦੀਆਂ ਚੋਣਾਂ ਹੋਈਆਂ। ਲਾਲਾ ਲਾਜਪਤ ਰਾਏ ਨੇ ਇੰਡੀਪੈਂਡੈਂਟ ਕਾਂਗਰਸ ਵੱਲੋਂ ਚੋਣ ਲੜੀ। ਲਾਲਾ ਜੀ ਦੇ ਧਰਮ ਨਿਰਪੱਖ ਚਰਿੱਤਰ ਉੱਤੇ ਕੱਟੜਵਾਦੀ ਹਿੰਦੂ ਸੋਚ ਛਾ ਗਈ ਸੀ। ਸ਼ਹੀਦ ਭਗਤ ਸਿੰਘ ਕਹਿੰਦੇ ਨੇ ਇਹ। ਉਹਨਾਂ ਦੇ ਵਿਰੋਧ ਵਿੱਚ ਦੀਵਾਨ ਸਿੰਘ ਚਮਨ ਲਾਲ ਉਮੀਦਵਾਰ ਸੀ। ਭਗਤ ਸਿੰਘ ਅਤੇ ਉਸ ਦੀ ਇਨਕਲਾਬੀ ਟੋਲੀ ਨੇ ਲਾਲਾ ਜੀ ਦੇ ਖਿਲਾਫ ਚੋਣ ਪ੍ਰਚਾਰ ਕੀਤਾ ਸੀ। ਮਾਲਵੀਆ ਦੇ ਜਲਸੇ ਵਿੱਚ ਇਹਨਾਂ ਵੱਲੋਂ ਲੋਸਟ ਲੀਡਰ ਦੇ ਸਿਰਲੇਖ ਵਾਲਾ ਇੱਕ ਪਰਚਾ ਵੰਡਿਆ ਗਿਆ ਸੀ। ਭਾਵ ਕਿ ਲਾਲੇ ਨੂੰ ਉਹ ਲੋਸਟ ਲੀਡਰ ਕਹਿੰਦੇ ਸੀ, ਜਾਂ ਉਹਦੇ ਨਾਲ ਦੇ ਸਾਥੀਆਂ ਨੂੰ, ਜਿਸ ਵਿੱਚ ਲਾਲਾ ਜੀ ਦੇ ਬਾਰੇ ਲਿਖਿਆ ਗਿਆ ਸੀ ਕਿ ਪੰਜਾਬ ਕੇਸਰੀ ਦੇ ਸੀਨੇ ਦੇ ਵਿੱਚ ਹੁਣ ਸ਼ੇਰ ਨਹੀਂ ਬਲਕਿ ਮੁਰਗੀ ਦਾ ਦਿਲ ਬਾਕੀ ਰਹਿ ਗਿਆ ਹੈ। ਇਹ ਭਗਤ ਸਿੰਘ ਹੋਰਾਂ ਦਾ ਕਹਿਣਾ ਸੀਗਾ ਲਾਲੇ ਬਾਰੇ ਕਿ ਇਹਦੇ ਅੰਦਰ ਸ਼ੇਰ ਦਾ ਨਹੀਂ, ਇਹ ਸ਼ੇਰੇ ਪੰਜਾਬ ਨਹੀਂ, ਇਹ ਮੁਰਗਾ ਇਹ ਪੰਜਾਬ ਆ। ਸੋ ਜਸਵੀਰ ਸਿੰਘ, ਇਹ ਤਸ਼ਵੀਹਾਂ ਦੇਖੋ ਕੀ ਦਿੱਤੀਆਂ ਗਈਆਂ ਨੇ। ਇਹ ਪਰਚਾ ਅੰਗਰੇਜ਼ੀ ਵਿੱਚ ਕਵੀ ਬਰਾਉਨਿੰਗ ਦੀ ਪ੍ਰਸਿੱਧ ਕਵਿਤਾ ਲੋਸਟ ਲੀਡਰ ਦੇ ਆਧਾਰ ਤੇ ਸੀ। ਪਰਚੇ ਦੇ ਸ਼ੁਰੂ 'ਚ ਹੀ ਸਿਰਫ ਮੁੱਠੀ ਭਰ ਸੋਨੇ ਲਈ ਉਹ ਸਾਨੂੰ ਛੱਡ ਗਿਆ, ਆਪਣੇ ਕੋਟ ਤੇ ਬੈਜ ਲਟਕਾਉਣ ਲਈ ਉਹ ਸਾਨੂੰ ਛੱਡ ਗਿਆ ਵਰਗੇ ਵਾਕਾਂ ਨਾਲ ਲਾਲਾ ਜੀ ਦੀ ਭੂਮਿਕਾ ਦੀ ਪਰਜੋਰ ਨਿੰਦਾ ਕੀਤੀ ਗਈ ਸੀ। ਇਹ ਰਘਬੀਰ ਸਿੰਘ ਉਹਨਾਂ ਨੇ ਛਾਪਿਆ ਭਗਤ ਸਿੰਘ ਜੀਵਨ ਪਰੀਚੇ ਦੇ ਵਿੱਚ, ਜਿਹੜਾ ਕਿ ਹਿੰਦੀ ਦਾ ਪਰਚਾ ਸੀ, ਸੰਪਾਦਕ ਸਵੈ ਸਾਚੀ 1988 ਦੇ 33 ਅੰਕ ਦੇ ਉੱਤੇ ਛਪਿਆ ਹੋਇਆ। ਤੇ ਹੁਣ ਆਪਾਂ ਦੇਖਦੇ ਹਾਂ ਜਸਵੰਤ ਸਿੰਘ ਕੰਵਲ ਕੀ ਕਹਿੰਦੇ ਨੇ। ਜਸਵੰਤ ਸਿੰਘ ਕੰਵਲ ਵਾਲਾ ਆਪਾਂ ਮੋਟਾ ਪੜ੍ਹ ਲੈਂਦੇ ਹਾਂ। ਜਸਵੀਰ ਸਿੰਘ ਜੀ ਜਦੋਂ ਗਾਦਰੀ ਬਾਬਿਆਂ ਦਾ ਜਸਵੰਤ ਸਿੰਘ ਹੋਰਾਂ ਦੇ ਨਾਲ ਕਾਫੀ ਮਿਲਣਾ ਜੁਲਣਾ ਸੀ, ਜਦੋਂ ਉਹ ਘਰੇ ਗਏ ਨਾ ਬਾਬਾ ਗੁਰਮਤ ਸਿੰਘ ਲੜ ਤੋਂ, ਤੇ ਉਹਨਾਂ ਨੇ ਡਾਂਗ ਚੱਕ ਲਈ ਘਰੇ ਜਾਣ ਸਾਰੀ ਜਸਵੰਤ ਸਿੰਘ ਕੰਵਲ ਦੇ। ਉਹ ਤੈਂਬੜੇ ਪਈ ਹੁੰਦੇ ਆਪਣੇ ਘਰਾਂ ਦੇ ਵਿੱਚ ਨਾ ਪਸ਼ੂਆਂ ਵਾਲੇ 'ਚ। ਉਹ ਕਹਿੰਦੇ ਉਰੇ ਆਵੋ ਕੰਵਲ ਕੁੱਤੇ ਦਾ ਪੁੱਤਾ, ਹਨਾ ਵੀ ਦੁਆਨੀ ਦਾ ਲਾਲਾ ਨਹੀਂ। ਇਹ ਬਾਬਾ ਗੁਰਮੁਖ ਸਿੰਘ ਲੜ ਤੋਂ ਹੋਰਾਂ ਦੇ ਉਹ ਨੇ, ਕਹਿੰਦੇ ਦੁਆਨੀ ਦਾ ਲਾਲਾ ਨਹੀਂ, ਤੂੰ ਸਿਰ ਚੜਾ ਕੇ ਬਿਠਾਤਾ ਉਹ, ਹਨਾ। ਤੇ ਜਸਵੰਤ ਸਿੰਘ ਕੰਵਲ ਉਹ ਬਾਬਿਆਂ ਤੋਂ ਸਤਿਕਾਰ ਵੀ ਕਰਦੇ ਸੀ, ਬਾਬਿਆਂ ਦਾ ਬਹੁਤ ਜ਼ਿਆਦਾ, ਉਹਨਾਂ ਦਾ ਪਿਆਰ ਵੀ ਸੀ, ਡਰਦੇ ਵੀ ਸੀ। ਸੋ ਉਹ ਹੱਥ ਜੋੜ ਕੇ ਬਹਿ ਗਏ ਬਾਬਿਆਂ ਦੇ ਅੱਗੇ, ਤੇ ਗੱਲ ਵੀ ਬਹੁਤ ਆਉਂਦੀ ਜਸਵੰਤ ਸਿੰਘ ਕੰਵਲ ਨੂੰ। ਜਸਵੰਤ ਸਿੰਘ ਕੰਵਲ ਕਹਿੰਦੇ ਬਾਬਾ ਜੀ ਜਿਹੜੀ ਸਰਕਾਰੀ ਮੱਝ ਆ ਨਾ, ਇਹ ਪਿਸਮਿਆਉਣੀ ਪੈਣੀ ਸੀ, ਇਹ ਪਿਸਮ ਦੀ ਵੀ ਲਾਲੇ ਸੀ, ਤੁਹਾਨੂੰ ਤਾਂ ਪੁੱਛਦਾ ਹੀ ਕੋਈ ਨਹੀਂ। ਤੇ ਉਹ ਕਹਿਣ ਦਾ ਭਾਵ ਉਹਦੇ ਨਾਨਕੇ ਸੀ ਢੁੱਡੀ ਕੇ ਇਹਦੇ ਲਾਲੇ ਦੇ, ਤੇ ਉਹਨੂੰ ਬਣਾ ਕੇ ਨਾਨਕੇ ਪਿੰਡ ਜੇ ਬਹੁ, ਤੇ ਅੱਗੇ ਜਸਵੰਤ ਸਿੰਘ ਕੰਵਲ ਨੇ ਪਤਾ ਨਹੀਂ ਕੀ ਕਾਲਜ ਜਾਂ ਹੋਰ ਕੀ ਲੈ ਆਉਂਦੇ। ਸੋ ਤੇ ਅੱਗਿਓਂ ਜਸਵੰਤ ਸਿੰਘ ਕੰਵਲ ਲਿਖਦੇ ਨੇ ਕਿ ਫਿਰ ਉਹਨਾਂ ਨੂੰ ਫਿਰ ਬਾਬਿਆਂ ਨੂੰ ਕੋਈ ਗੱਲ ਨਾ ਆਈ, ਤੇ ਫਿਰ ਗੱਲ ਹਾਸੇ ਠੱਠੇ ਦੇ ਵਿੱਚ ਪੈ ਗਈ, ਫਿਰ ਅਸੀਂ ਬਹਿ ਗਏ। ਇਹਦੇ ਉੱਤੇ ਵੈਸੇ ਸਰਦਾਰ ਅਜਮੇਰ ਸਿੰਘ ਨੇ ਹੁਣ ਕਮੈਂਟ ਕੀਤਾ ਸੀ ਬਹੁਤ ਸੋਹਣਾ। ਸਰਦਾਰ ਅਜਮੇਰ ਸਿੰਘ ਕਹਿੰਦੇ ਵੀ ਜਸਵੰਤ ਸਿੰਘ ਕੰਵਲ ਨੇ ਕੋਈ ਚੰਗੀ ਨਹੀਂ ਕੀਤੀ ਇੱਥੇ, ਵੀ ਪਿੰਡ ਦੇ ਲਈ ਥੋੜੇ ਬਹੁਤ ਸਕੂਲ ਜਾਂ ਹੋਰ ਕਾਲਜ ਲਿਆਉਣ ਦੀ ਥਾਂ ਉਹਨਾਂ ਨੇ ਇੱਕ ਦੁਆਨੀ ਦੇ ਬੰਦੇ ਨੂੰ ਐਡਾ ਵੱਡਾ ਉੱਤੋਂ ਬਿਠਾਤਾ। ਕਹਿੰਦੇ ਫਿਰ ਬਾਬੇ ਅੱਗੇ ਕੀ ਕਹਿੰਦੇ, ਉਹਨਾਂ ਨੇ ਤਾਂ ਚੁੱਪ ਹੀ ਕਰਨਾ ਸੀਗਾ। ਸੋ ਦੇਖੋ ਜਸਵੀਰ ਸਿੰਘ, ਹੁਣ ਜਸਵੰਤ ਸਿੰਘ ਕੰਵਲ ਦੀ ਜਸਵੀਰ ਸਿੰਘ ਕੋਈ
ਛੋਟੀ ਕੰਟਰੀਬਿਊਸ਼ਨ ਨਹੀਂ ਆ ਪੰਜਾਬੀ ਉਹਦੇ ਵਿੱਚ ਸਾਹਿਤ ਦੇ ਵਿੱਚ, ਹਨਾ। ਸੋ ਉਹਨਾਂ ਦੇ ਵੱਲੋਂ ਐਡੀ ਗੱਲ ਕਹਿ ਜਾਣਾ ਕਿ ਮੈਂ ਲਾਲਾ ਲਾਜਪਤ ਰਾਏ ਨੂੰ ਨਫ਼ਰਤ ਕਰਦਾ, ਹਨਾ। ਇਸ ਗੱਲ ਨੂੰ ਵੀ ਆਪਣੇ ਭਰਾ ਨੇ ਜਿਹੜੇ ਖਾਸ ਕਰ ਕਾਮਰੇਡ ਭਰਾ ਤੇ ਹੋਰ ਜਿਹੜੇ ਲਿਬਰਲ ਲੱਲਾ ਭੱਬਾ, ਉਹ ਪਤਾ ਨਹੀਂ ਕਿਉਂ ਇਗਨੋਰ ਕਰਦੇ ਆ। ਜੀ ਬਿਲਕੁਲ। ਸੋ ਚੱਲਦੇ ਹਾਂ ਜੀ ਆਪਾਂ ਅੱਗੇ ਵੀ ਆਪਾਂ ਮੋਟੀਆਂ ਗੱਲਾਂ ਸਾਂਝੀਆਂ ਕਰ ਦਿੰਦੇ ਹਾਂ। ਹੁਣ ਜਸਵੀਰ ਸਿੰਘ ਜੀ, ਮੈਂ ਕਹਿੰਦਾ ਆਪਾਂ ਜ਼ਿਆਦਾ ਸਮਾਂ ਨਾ ਲੈਂਦੇ ਹੋਏ ਨਾ ਸਿੱਧੀ ਉਹਦੇ ਉੱਤੇ ਚਿੱਠੀ ਉੱਤੇ ਹੀ ਚੱਲੀਏ। ਸੋ ਜਿਹੜੀ ਇਹਨਾਂ ਨੇ ਚਿੱਠੀ ਲਿਖੀ ਸੀ, ਦਰਸ਼ਕੋ ਚਿੱਠੀ ਕਾਫੀ ਵੱਡੀ ਆ, ਪਰ ਚਿੱਠੀ ਦਾ ਅਸੀਂ ਤੁਹਾਨੂੰ ਇਹਦਾ 8 ਨੰਬਰ ਤੇ 9 ਨੰਬਰ ਇਹਦਾ ਪੜ੍ਹ ਕੇ ਸੁਣਾ ਦਿੰਦੇ ਹਾਂ। ਇਹ ਚਿੱਠੀ ਲਿਖੀ ਸੀਗੀ ਲਾਲਾ ਲਾਜਪਤ ਰਾਏ ਨੇ, ਮੁਆਫੀਨਾਮਾ ਲਿਖਿਆ ਸੀਗਾ, ਤੇ ਇਸ ਮੁਆਫੀਨਾਮੇ ਦਾ ਜਿਹੜਾ ਉਹਨਾਂ ਨੇ ਮਾਂਡਲੇ ਜੇਲ੍ਹ ਦੇ ਵਿੱਚੋਂ ਲਿਖਿਆ ਸੀ, ਫੋਰਟ ਡਫਰਿਨ 22 ਸਤੰਬਰ 1907 ਦੇ ਵਿੱਚੋਂ। ਸੋ ਉਹਦੇ ਵਿੱਚੋਂ ਕੀ ਲਿਖਦੇ ਨੇ ਲਾਲਾ ਲਾਜਪਤ ਰਾਏ? ਉਹ ਕਹਿੰਦੇ, ਤੁਹਾਡਾ ਇਹ ਫਰਿਆਦੀ ਬੜੇ ਸਤਿਕਾਰ ਨਾਲ ਬਿਨੈ ਕਰਦਾ ਹੈ ਤੇ ਦਿਲੋਂ ਉਮੀਦ ਕਰਦਾ ਹੈ ਕਿ ਹਜ਼ੂਰ ਦੀ ਵੱਡੀ ਪ੍ਰਤਾਪ ਵਾਲੀ ਸਰਕਾਰ ਉਸ ਖਿਲਾਫ ਨਿਆਂ ਤੇ ਹੱਕ ਤੋਂ ਫਰਿਆਦੀ ਨੂੰ ਵਾਂਝਾ ਨਹੀਂ ਰੱਖੇਗੀ, ਜਿਸ ਲਈ ਬਰਤਾਨਵੀ ਕੌਮ ਤੇ ਉਹਨਾਂ ਦੀ ਸਰਕਾਰ ਪ੍ਰਸਿੱਧ ਹੈ। ਉਹ ਫਰਿਆਦੀ ਨੂੰ ਰਿਹਾ ਕਰਨ ਦਾ ਹੁਕਮ ਦੇਵੇਗੀ ਤੇ ਆਪਣੇ ਘਰ ਵਾਪਸ ਜਾਣ ਅਤੇ ਜ਼ਿੰਦਗੀ ਵਿੱਚ ਆਪਣਾ ਸਧਾਰਨ ਪੇਸ਼ਾ ਕਰਨ ਦੀ ਆਗਿਆ ਦੇਵੇਗੀ। ਅਖੀਰ ਵਿੱਚ 9ਵਾਂ ਪੈਰਾ ਗਾ ਜਿਹੜਾ ਉਹਦਾ, ਅਖੀਰ ਵਿੱਚ, ਜੇ ਹਜ਼ੂਰ ਸਰਕਾਰ ਦੀ ਫਰਿਆਦੀ ਨੂੰ ਬਿਨਾਂ ਸ਼ਰਤ ਰਿਹਾ ਤੇ ਵਾਪਸ ਪਰਿਵਾਰ ਵਿੱਚ ਜਾ ਕੇ ਰਹਿਣ ਦਾ ਹੁਕਮ ਦੇਣਾ ਅਸੰਭਵ ਸਮਝੇ ਤਾਂ ਉਹ ਬੜੀ ਕਿਰਪਾ ਦ੍ਰਿਸ਼ਟੀ ਕਰਦਿਆਂ ਉਸ ਨਾਲ ਉਸ ਸਮੇਂ ਤੱਕ ਲਈ ਭਾਰਤ ਛੱਡ ਦੇਣ ਦੀ ਆਗਿਆ ਦੇਵੇ। ਜਿਹੜਾ ਸਰਕਾਰ ਉਸ ਬਦਲੇ ਵਿੱਚ ਨੀਤ ਕਰਨਾ ਠੀਕ ਸਮਝਦੀ ਹੋਵੇ ਅਤੇ ਉਸ ਨੂੰ ਗ੍ਰੇਟ ਬ੍ਰਿਟਨ ਜਾਂ ਯੂਰਪ ਦੇ ਮਹਾਂਦੀਪ ਜਾਂ ਅਮਰੀਕਾ ਵਿੱਚ ਆਜ਼ਾਦੀ ਨਾਲ ਰਹਿਣ ਦੀ ਖੁੱਲ੍ਹ ਦੇਵੇ। ਤੁਹਾਡੀ ਇਸ ਮਿਹਰਬਾਨੀ ਲਈ ਤੁਹਾਡਾ ਫਰਿਆਦੀ ਫਰਜ਼ ਵਿੱਚ ਵੱਜਿਆ ਹੋਇਆ ਹਜ਼ੂਰ ਤੇ ਹਜ਼ੂਰ ਦੇ ਮੰਤਰੀਆਂ ਲਈ ਪ੍ਰਾਰਥਨਾ ਕਰੇਗਾ। ਮਾਂਡਲੇ, ਫੋਰਟ ਡਫਰਿਨ, 22 ਸਤੰਬਰ 1907। ਤੁਹਾਡਾ ਫਰਿਆਦੀ ਹਜ਼ੂਰ ਦਾ ਨਿਮਾਣਾ ਦਾਸ, ਲਾਲਾ ਲਾਜਪਤ ਰਾਏ, ਲਾਹੌਰ। ਤੋ ਜਸਵੀਰ ਸਿੰਘ ਜੀ, ਕਚਿਆਣ ਨਹੀਂ ਆਉਂਦੀ ਇਹ ਪੜ੍ਹ ਕੇ ਵੀ ਬੰਦੇ ਨੂੰ ਵੀ, ਯਾਰ ਐਡਾ ਲਿਖ ਜਾਣਾ ਬੰਦੇ ਨੇ ਅੱਗੇ, ਹਨਾ, ਵੀ ਜਮਾ ਹੀ ਮੰਨ ਲਓ ਕਹਿਣਾ ਵੀ ਮੈਨੂੰ ਤਾਂ ਜਿਹੜਾ ਕੁਛ ਮਰਜ਼ੀ ਕਰ ਲਓ। ਇਹਨੂੰ ਤਾਂ ਕਹਿੰਦੇ ਆ ਵੀ ਤਵਲੇ ਚੱਟਣਾ, ਹਨਾ। ਤੇ ਉਹਨੂੰ ਤੁਸੀਂ ਤਵਲੇ ਚੱਟਣ ਵਾਲੇ ਨੂੰ ਜਿਹੜਾ ਐਡੇ ਵੱਡੇ ਸ਼ਬਦ ਵਰਤ ਰਿਹਾ, ਜਿਨ੍ਹਾਂ ਦੇ ਗੁਲਾਮ ਆ, ਜਿਨ੍ਹਾਂ ਦੇ ਵਿਰੁੱਧ ਨੂੰ ਲੜਾਈ ਦੇ ਵਿੱਚ ਪੇਸ਼ ਕੀਤਾ ਜਾ ਰਿਹਾ, ਸੋ ਕੀ ਕਹਿਣ ਨੂੰ ਕੀ ਰਹਿ ਗਿਆ ਇੱਥੇ ਪਿੱਛੇ? ਜੀ ਬਿਲਕੁਲ ਇਹੀ ਹੈ। ਦੇਖੋ, ਉਸ ਵਕਤ ਅੰਗਰੇਜ਼ਾਂ ਦੇ ਵਿਰੁੱਧ ਐਡਾ ਵੱਡਾ ਜਿਹੜਾ ਕਿ ਸੰਘਰਸ਼ ਚੱਲ ਰਿਹਾ ਸੀ, ਏਡੀ ਵੱਡੀ ਜਿਹੜੀ ਜੰਗ ਲੜੀ ਹੋਈ ਸੀ, ਜਿਹਦੇ 'ਚ ਸਾਰੀਆਂ ਕੌਮਾਂ, ਹਿੰਦੂ, ਮੁਸਲਮਾਨ, ਸਿੱਖ ਜਿਹੜੇ ਆ, ਉਹ ਸਾਰੇ ਆਜ਼ਾਦੀ ਦੀ ਲੜਾਈ ਲੜ ਰਹੇ ਸੀ। ਔਰ ਜਿਹੜੇ ਬੰਦੇ ਨੂੰ ਅੱਜ ਬੜੇ ਵੱਡੇ ਜਿਹੜੇ ਕਿ ਉਹ ਸਨਮਾਨ ਸਮਾਗਮ ਕੀਤੇ ਜਾਣਗੇ, ਹਾਂਜੀ, ਪੰਜਾਬ ਕੇਸਰੀ ਲਾਲਾ ਲਾਜਪਤ ਰਾਏ, ਬਹਾਦਰ ਸੂਰਮਾ, ਔਰ ਉਹਦੀ ਸੂਰਮਤਾਈ ਤੇ ਜਿਹੜੀ ਇਸ ਚਿੱਠੀ ਦੇ ਵਿੱਚੋਂ ਨਜ਼ਰ ਆ ਜਾਂਦੀ ਹੈ। ਅੱਜ ਕੋਈ ਸੰਘਰਸ਼ ਚੱਲਦਾ ਹੋਵੇ, ਜਿਨ੍ਹਾਂ ਦੇ ਖਿਲਾਫ ਚੱਲਦਾ ਹੋਵੇ, ਜੇ ਸੰਘਰਸ਼ ਲੜਨ ਵਾਲਿਆਂ ਦੇ ਵਿੱਚੋਂ ਕੋਈ ਨਾਮੀ ਚਿਹਰਾ ਜਿਹਨੂੰ ਬਣਾਇਆ ਹੋਵੇ, ਔਰ ਉਹ ਇਸ ਤਰ੍ਹਾਂ ਦੀ ਚਿੱਠੀ ਲਿਖੇ ਵੀ ਮੈਨੂੰ ਬਖਸ਼ ਦਿਓ, ਮੈਨੂੰ ਕਰ ਦਿਓ ਕਿਰਪਾ, ਮੈਂ ਆਪਦਾ ਮੇਰਾ ਪੇਸ਼ਾ ਹੈਗਾ ਉਹ ਮੈਂ ਕਰ ਲਾਂ, ਮੈਨੂੰ ਕਿਤੇ ਹੋਰ ਥਾਂ ਦੇ ਦਿਓ, ਮੈਂ ਨਹੀਂ ਲੜਦਾ, ਮਾਫ ਕਰ ਦਿਓ ਮਹਾਰਾਜ। ਇਹ ਕਿੱਡੀ ਵੱਡੀ ਜਿਹੜੀ ਗਦਾਰੀ ਹੈਗੀ ਆ। ਕੋਈ ਏਡਾ ਵੀ ਜਿਹੜਾ ਕਿ ਬੰਦਾ ਮਤਲਬ ਬੇਜ਼ਮੀਰਾ ਬੰਦਾ ਹੋ ਸਕਦਾ? ਔਰ ਉਹਨਾਂ ਨੂੰ ਅੱਜ ਦੇਖੋ ਏਡਾ ਵੱਡਾ ਬਣਾ ਕੇ ਪੇਸ਼ ਕੀਤਾ ਜਾ ਰਿਹਾ। ਤਾਂ ਇਹ ਇਤਿਹਾਸ ਤਾਂ ਸਾਡੀਆਂ ਸਕੂਲਾਂ ਦੀਆਂ ਕਿਤਾਬਾਂ 'ਚ ਪੜ੍ਹਾਇਆ ਜਾਂਦਾ ਵੀ ਉਹ ਬੜਾ ਸੂਰਮਾ ਸੀ। ਔਰ ਜਦੋਂ ਮੈਂ ਕਹਿੰਦਾ ਮੈਂ ਵੀ ਸਕੂਲ 'ਚ ਪੜ੍ਹਦਾ ਹੁੰਦਾ ਸੀ ਵੀ ਲਾਲਾ ਲਾਜਪਤ ਰਾਏ ਜੀ, ਉਹ ਇੱਕ ਉਦੋਂ ਨਾ ਬਲੈਕ ਐਂਡ ਵਾਈਟ ਜੀ ਪੰਜਾਬੀ ਦੀ ਸਾਡੀ ਕਿਤਾਬ ਹੁੰਦੀ ਸੀ, ਉਹ 'ਚ ਬਣਾਇਆ ਹੁੰਦਾ ਸੀ ਤੁਰਲਾ ਛੱਡ ਕੇ ਲਾਲਾ। ਤੇ ਉਹ ਅਸੀਂ ਦੇਖਦੇ ਹਾਂ। ਔਰ ਅੱਜ ਜਿਹੜਾ ਜਦੋਂ ਅਸੀਂ ਇਹ ਹੁਣ ਸ਼ਹੀਦ ਭਗਤ ਸਿੰਘ ਦੀ ਲਿਖਤ ਆ, ਜਾਂ ਗਦਰੀ ਬਾਬਿਆਂ ਦੀ, ਸੋਹਣ ਸਿੰਘ ਜੀ ਭਕਨਾ ਦੀ ਜਿਹੜੀ ਲਿਖਤ ਆ, ਜਾਂ ਹੋਰ ਸਿੱਖ ਆਗੂਆਂ ਦੀ ਲਿਖਤਾਂ ਜਿਹੜੀਆਂ ਮੈਂ ਪਹਿਲਾਂ ਗੱਲ ਕੀਤੀ ਹੈਗੀ ਆ, ਤਾਂ ਜਾਂ ਬਾਕੀ ਜਿੱਦਾਂ ਜਸਵੰਤ ਸਿੰਘ ਕੰਵਲ ਦੀ ਤੁਸੀਂ ਕਹਾਣੀ ਸਾਂਝੀ ਕੀਤੀ ਆ, ਵੀ ਅਕਸਰ ਮੈਨੂੰ ਐਂ ਜਾਪਦਾ ਵੀ ਜਿੱਦਾਂ ਜਸਵੰਤ ਸਿੰਘ ਕੰਵਲ ਸਮਝਦੇ ਰਹੇ ਨਾ, ਵੀ ਜਾਂ ਕਹਿੰਦੇ ਰਹੇ, ਜਾਂ ਉਹਨਾਂ ਦੀ ਪਲੈਨਿੰਗ ਸੀਗੀ ਵੀ ਚਲੋ ਇਹ ਜਿਹੜੀ ਮੱਝ ਆ ਇਹ ਪਸਮਾਉਣੀ ਪੈਣੀ ਸੀ, ਤੇ ਸ਼ਾਇਦ ਇਹ ਵੀ ਮੱਝਾਂ ਪਸਮਾਉਣ ਵਾਲਾ ਕੰਮ ਚਰਨਜੀਤ ਸਿੰਘ ਚੰਨੀ ਹੁਣੀ ਕਰ ਰਹੇ ਆ। ਜੀ ਬਿਲਕੁਲ। ਇੱਕ ਪ੍ਰੋਫੈਸਰ ਬਰਕਤੁੱਲਾ ਦੀ ਆਪਾਂ ਗੱਲ ਸਾਂਝੀ ਕਰਦੇ ਹਾਂ। ਗਦਰ ਪਾਰਟੀ ਦੇ ਪ੍ਰਮੁੱਖ ਆਗੂ ਪ੍ਰੋਫੈਸਰ ਬਰਕਤਉੱਲਾ ਨੂੰ ਲਾਲਾ ਲਾਜਪਤ ਰਾਏ ਨਫ਼ਰਤ ਦੇ ਨਾਲ ਬਗਲੋਲ ਕਹਿੰਦਾ ਹੁੰਦਾ ਸੀ, ਜਿਸ ਦਾ ਭਾਵ ਸੀ ਮੂਰਖ। ਲਾਲੇ ਨੂੰ ਰੰਜਿਸ਼ ਸੀ ਕਿ ਬਰਕਤਉੱਲਾ ਮੈਨੂੰ ਬੁਜ਼ਦਿਲ ਕਹਿੰਦਾ ਹੁੰਦਾ ਸੀ, ਅਤੇ ਉਸਨੇ ਮੇਰੇ ਨਾਲ ਕੋਈ ਵੀ ਭੇਦਭਾਵ ਸਾਂਝਾ ਕਰਨ ਤੋਂ ਇਨਕਾਰ ਕਰ ਦਿੱਤਾ ਸੀ।
ਇਹ ਗੱਲ ਲਾਲਾ ਲਾਜਪਤ ਰਾਏ ਦੀ ਕਿਤਾਬ ਸਟੋਰੀ ਆਫ ਮਾਈ ਲਾਈਫ ਦੇ ਵਿੱਚ 199 ਪੇਜ ਦੇ ਉੱਤੇ ਦਰਜ ਆ। ਭਾਵ ਕਿ ਲਾਲਾ ਬਿਲਕੁਲ ਇੱਕ ਬਿਲਕੁਲ ਜਵਾਕਾਂ ਤੋਂ ਵੀ ਹੀਣਾ ਵਿਵਹਾਰ ਜਿਹੜਾ ਕਰਦਾ ਹੁੰਦਾ ਸੀ, ਜਿਹੜੇ ਐਡੇ ਵੱਡੇ ਯੋਧੇ ਹੁੰਦੇ ਸੀਗੇ। ਸੋ ਇੱਥੋਂ ਜਸਵੀਰ ਸਿੰਘ ਜੀ ਗੱਲਾਂ ਤਾਂ ਆਪਾਂ ਹੋਰ ਵੀ ਬਹੁਤ ਸਾਰੀਆਂ ਸਾਂਝੀਆਂ ਕਰ ਸਕਦੇ ਹਾਂ, ਪਰ ਆਪਣੇ ਕੋਲ ਸਮਾਂ ਵੀ ਆਪਾਂ ਆਲਰੇਡੀ ਜ਼ਿਆਦਾ ਲੈ ਗਏ, 40 ਮਿੰਟ ਦਾ ਹੋ ਗਿਆ ਸ਼ੋਅ। ਤੇ ਅਖੀਰ ਦੇ ਉੱਤੇ ਆਪਾਂ ਇਹੀ ਦਰਸ਼ਕਾਂ ਨੂੰ ਕਹਿੰਦੇ ਹਾਂ ਕਿ ਅੱਜ ਹੁਣ ਜਿਹੜਾ ਯੁੱਗ ਆ ਇਹਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਨਿੱਤਰ ਕੇ ਸਾਹਮਣੇ ਆ ਗਈਆਂ ਨੇ। ਇਹਦੇ ਵਿੱਚ ਝੂਠ ਤੇ ਸੱਚ ਦਾ ਨਤਾਰਾ ਕਹਿਣਾ ਚਿੱਟੇ ਦਿਨ ਵਾਂਗ ਹੋ ਗਿਆ ਹੈ। ਤੇ ਜਿਹੜੇ ਲੀਡਰ ਨੇ ਉਹਨਾਂ ਨੂੰ ਵੀ ਹੁਣ ਸਮਝ ਲੈਣਾ ਚਾਹੀਦਾ ਹੈ ਕਿ ਜੇਕਰ ਤੁਸੀਂ ਵਾਕਈ ਚਾਹੁੰਦੇ ਹੋ ਤੁਹਾਡੇ ਬੱਚੇ ਲਾਲਾ ਲਾਜਪਤ ਰਾਏ ਵਰਗੇ ਬਣਨ, ਤੇ ਫਿਰ ਤੁਹਾਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਅਰਦਾਸ ਕਰਨੀ ਚਾਹੀਦੀ ਆ, ਸੱਚੇ ਮਨੋਂ ਭੱਜੋ ਨਾ ਫਿਰ। ਤੇ ਫਿਰ ਤੁਸੀਂ ਆਪਣੀ ਜ਼ਮੀਰ ਨੂੰ ਪੁੱਛਿਓ ਕਿ ਉਹ ਅਰਦਾਸ ਸਹੀ ਕਰਕੇ ਆਏ ਹੋ ਜਾਂ ਗਲਤ ਕਰਕੇ ਆਏ ਹੋ। ਜਿੰਨੀਆਂ ਗੱਲਾਂ ਲਾਲੇ ਬਾਰੇ ਸਾਹਮਣੇ ਆ ਗਈਆਂ ਨੇ, ਜਿੰਨੇ ਤੱਥ ਉਹਦੇ ਬਾਰੇ ਸਾਹਮਣੇ ਆ ਗਏ ਨੇ, ਮੈਨੂੰ ਲੱਗਦਾ ਨਹੀਂ ਕੋਈ ਥੋੜੀ ਜਿਹੀ ਜ਼ਮੀਰ ਵਾਲਾ ਵੀ ਬੰਦਾ, ਥੋੜੀ ਜਿਹੀ ਸਿਆਣਪ ਵਾਲਾ ਵੀ ਬੰਦਾ ਕਹੂਗਾ ਕਿ ਮੈਂ ਆਪਣੇ ਬੱਚੇ ਨੂੰ ਇਹ ਲਾਲੇ ਵਰਗਾ ਬਣਾਉਣਾ ਚਾਹੁੰਦਾ। ਫਿਰ ਇਹ ਜਿਹੜੀਆਂ ਝੂਠੀਆਂ ਸ਼ਰਧਾਂਜਲੀਆਂ ਦੇਣ ਦਾ ਕੀ ਫਾਇਦਾ ਗਾ, ਇਹ ਝੂਠੇ ਮਨੋਭਾਵ ਦੇਣ ਦਾ ਕੀ ਫਾਇਦਾ ਗਾ। ਤਾਂ ਤੁਸੀਂ ਆਪਣੇ ਜਿਹੜੇ ਮਨੋਭਾਵ ਆ, ਜਿਹੜੀ ਆਪਣੀ ਵੇਦਨਾ ਗੀ, ਉਹਨੂੰ ਕਾਬੂ ਦੇ ਵਿੱਚ ਰੱਖੋ ਥੋੜਾ ਜਿਹਾ। ਉਹ ਤੁਹਾਡੀ ਵੋਟਾਂ ਲੈਣ ਲਈ ਤਾਂ ਠੀਕ ਆ, ਪਰ ਇਤਿਹਾਸ ਨੂੰ ਹੁਣ ਡਿਲੀਟ ਕਰਨ ਦੀ ਕੋਸ਼ਿਸ਼ ਨਾ ਕਰੋ। ਅੱਜ ਦੀ ਜਿਹੜੀ ਜਵਾਨੀ ਆ ਉਹ ਸਾਰੀਆਂ ਚੀਜ਼ਾਂ ਸਮਝ ਗਈ ਆ। ਉਹਨਾਂ ਨੂੰ ਇਹ ਨਾ ਸ਼ੇਰੇ ਪੰਜਾਬ ਜਾਪਣਾ, ਨਾ ਹਿੰਦ ਕੇਸਰੀ ਜਾਪਣਾ, ਉਹਨਾਂ ਨੂੰ ਕੱਖ ਨਹੀਂ ਜਾਪਣਾ ਹੈ। ਉਹਨਾਂ ਲਈ ਲਾਲਾ ਇਹ ਠੱਗੀ ਆ। ਬੱਬੂ ਮਾਨ ਨੇ ਠੀਕ ਹੀ ਕਿਹਾ ਸੀ ਉਦੋਂ ਗੀਤ ਗਾ ਕੇ, ਤੇ ਉਹ ਬੱਬੂ ਮਾਨ ਵੀ ਇੱਕ ਤਰ੍ਹਾਂ ਜਿਹੜੇ ਨੌਜਵਾਨ ਸੀ ਉਹਨਾਂ ਦੀ ਹੀ ਮਨੋਭਾਵਨਾ ਨੂੰ ਉਹਨੇ ਉੱਥੇ ਪੇਸ਼ ਕੀਤਾ ਸੀਗਾ। ਉਹਨੇ ਕੋਈ ਗਲਤ ਨਹੀਂ ਸੀ ਕੀਤਾ, ਤੇ ਬੱਬੂ ਮਾਨ ਦੇ ਨਾਲ ਹਿੱਕ ਠੋਕ ਕੇ ਖੜੇ ਵੀ ਸੀ ਵੱਡੀ ਰੂਪ ਦੇ ਵਿੱਚ। ਕੁਝ ਕੁ ਬੰਦਿਆਂ ਤੋਂ ਬਿਨਾਂ ਪ੍ਰਿੰਸੀਪਲ ਸਰਵਣ ਸਿੰਘ ਵਰਗੇ ਜਾਂ ਹੋਰ ਜਿਹੜੇ ਸਾਡੇ ਭਰਾ ਅਜੇ ਵੀ ਤੱਥ ਸਾਰੇ ਸਾਹਮਣੇ ਪਏ ਹੋਣ ਦੇ ਬਾਵਜੂਦ ਵੀ, ਵੈਸੇ ਪ੍ਰਿੰਸੀਪਲ ਸਰਵਣ ਸਿੰਘ ਕਾਫੀ ਦਾਅਵਾ ਕਰਦੇ ਰਿਹਾ ਕਿ ਮੈਂ ਜਸਵੰਤ ਸਿੰਘ ਕਮਲ ਦੇ ਕਾਫੀ ਨੇੜੇ ਰਿਹਾਂਗਾ, ਰਹੇ ਵੀ ਆ, ਪਰ ਉਹ ਇੰਨਾ ਵੀ ਨਹੀਂ ਬੁੱਝ ਸਕੇ ਕਿ ਜਸਵੰਤ ਸਿੰਘ ਕਮਲ ਦਾ ਨਫ਼ਰਤ ਕਰਦਾ ਸੀ ਉਹਨਾਂ ਨੂੰ। ਸੋ ਉਮੀਦ ਆ ਕਿ ਅੱਜ ਦੀ ਇਸ ਗੱਲਬਾਤ ਨਾਲ ਜਸਵੀਰ ਸਿੰਘ ਦੇ ਆਪਣੇ ਭੈਣ ਭਰਾ ਨੇ ਉਹ ਜ਼ਰੂਰ ਜਾਣੂ ਹੋਣਗੇ ਕਿ ਲਾਲਾ ਇੱਕ ਠੱਗ ਸੀ, ਉਹ ਨਾ ਦੇਸ਼ ਭਗਤ ਸੀ ਨਾ ਸ਼ਹੀਦ ਸੀ। ਜਸਵੀਰ ਸਿੰਘ ਜੀ ਕੋਈ ਕਮੈਂਟ? ਇਹ ਹੈਗਾ ਕਈ ਵਾਰੀ ਉਹ ਸਮਾਂ ਜਿਹੜਾ ਸੀਗਾ ਜਦੋਂ ਅੰਗਰੇਜ਼ਾਂ ਦੀ ਗੁਲਾਮੀ ਜਿਹੜਾ ਭਾਰਤੀ ਲੋਕ ਕਰ ਰਹੇ ਸੀ, ਵਿੱਚ ਸਿੱਖ ਵੀ ਸੀ, ਔਰ ਸਿੱਖਾਂ ਨੇ ਗੁਲਾਮੀ ਦੂਰ ਕਰਨ ਦੇ ਵਾਸਤੇ 86% ਤੋਂ ਵੱਧ ਕੁਰਬਾਨੀਆਂ ਦਿੱਤੀਆਂ। ਉਹ ਨਾਮਧਾਰੀ ਕੂਕਾ ਲਹਿਰ ਦੇ ਰਾਹੀਂ ਦਿੱਤੀਆਂ, ਗਦਰੀ ਲਹਿਰ ਦੇ ਰਾਹੀਂ ਦਿੱਤੀਆਂ, ਜਾਂ ਬੱਬਰ ਅਕਾਲੀ ਲਹਿਰ ਦੇ ਰਾਹੀਂ, ਜਿੰਨਾ ਕੁਝ ਵੀ ਹੋਇਆ ਸਭ ਕੁਝ। ਤਾਂ ਉਦੋਂ ਸ਼ਾਇਦ ਅਸੀਂ ਉਹਨਾਂ ਇਤਿਹਾਸ ਨਾ ਕਿਤੇ ਨਾ ਕਿਤੇ ਸਾਂਭ ਸਕੇ ਹੋਈਏ, ਖਾਸ ਕਰਕੇ ਸਾਡੇ ਸਿੱਖ ਯੋਧਾਂ ਦਾ, ਕਿਉਂਕਿ ਅਸੀਂ ਸਿਰ ਦੇਣੇ ਤੇ ਜਾਣਦੇ ਹਾਂ। ਕੁਦਰਤੀ ਤੌਰ ਤੇ ਅਸੀਂ ਬਹੁਤਾ ਹਿਸਾਬ ਕਿਤਾਬਾਂ 'ਚ ਨਹੀਂ ਪੈਂਦੇ, ਇਹ ਸੱਚੇ ਸਾਡੇ ਖੂਨ 'ਚ ਹੀ ਆ, ਉਹ ਅੱਗੇ ਵੀ ਰਹੇਗਾ, ਅੱਜ ਵੀ ਹੈ। ਅੱਜ ਵੀ ਜਿਹੜੇ ਸੰਘਰਸ਼ ਚੱਲ ਰਹੇ ਆ, ਜਿੱਦਾਂ ਕਿਸਾਨੀ ਸੰਘਰਸ਼ ਦੇ ਵਿੱਚ 700 ਦੇ ਲਗਭਗ ਜਾਨਾਂ ਚਲੇ ਗਈਆਂ ਨੇ, ਤੇ ਸੰਘਰਸ਼ ਕਿਸਾਨੀ ਦੀ ਖਾਤਰ ਹੈ ਬੇਸ਼ੱਕ, ਪਰ ਇਹ ਮੈਂ ਦਾਅਵਾ ਕਰ ਸਕਦਾ ਜੇ ਅਸੀਂ ਪਰਿਵਾਰਕ ਤੌਰ ਤੇ ਦੇਖੀਏ ਤੇ 600 ਜਿਹੜੇ ਪਰਿਵਾਰ ਆ ਸ਼ਾਇਦ ਸਿੱਖ ਪਰਿਵਾਰਾਂ 'ਚ ਹੋਣਗੇ। ਅਸੀਂ ਨਹੀਂ ਕਦੇ ਦਾਅਵਾ ਨਹੀਂ ਕਰਦੇ ਵੀ ਅਸੀਂ ਇੰਨੇ ਗਏ, ਅਸੀਂ ਇੰਨੇ ਨਹੀਂ ਗਏ, ਪਰ ਇਹ ਵੀ ਚਲੋ ਸਰਬੱਤ ਦੇ ਭਲੇ ਦੀ ਲੋੜ ਆ, ਸਾਰੇ ਹੀ ਸੁਖੀ ਹੋਣਗੇ। ਇਹ ਭਾਰਤੀ ਹੁਕੂਮਤ ਜਿਹੜੀ ਜ਼ਮੀਨਾਂ ਖੋਹਣੀਆਂ ਚਾਹੁੰਦੀ ਹੈ, ਸੰਘਰਸ਼ ਚੱਲ ਰਿਹਾ ਤੇ ਅਸੀਂ ਅੱਗੇ ਲੱਗੇ ਆ, ਉੱਥੇ ਲੰਗਰ ਵੀ ਲਾਏ ਆ, ਸਿਰ ਵੀ ਦਿੱਤੇ ਆ, ਨਿਹੰਗ ਸਿੰਘ ਵੀ ਬੈਠੇ ਹੋਏ ਆ। ਤਾਂ ਉਸ ਵਕਤ ਇੱਕ ਸਮਾਂ ਸੀਗਾ ਜਦੋਂ ਅੰਗਰੇਜ਼ਾਂ ਦੀ ਗੁਲਾਮੀ ਸੀ, ਉਦੋਂ ਕੋਰੜੇ ਮਾਰਦੇ ਰਹੇ, ਬੇਘਰੇ ਸੀ ਸਿੱਖ। ਇੱਕ ਪਾਸੇ ਸਿੱਖ ਜਿਹੜੇ ਆ ਮਹੰਤਾਂ ਦੇ ਨਾਲ ਆਪਣਾ ਜਿਹੜਾ ਸੰਘਰਸ਼ ਕਰ ਰਹੇ ਸੀਗੇ, ਜਿੱਦਾਂ 1920-21 ਦੇ ਵਿੱਚ ਜਿਹੜਾ ਸਾਕਾ ਨਨਕਾਣਾ ਸਾਹਿਬ ਹੋਇਆ, ਚਾਬੀਆਂ ਦਾ ਮੋਰਚਾ, ਜੈਤੋ ਦਾ ਮੋਰਚਾ, ਇਹ ਸਾਰੇ ਮੋਰਚੇ ਸਿੱਖਾਂ ਦੇ ਚੱਲ ਰਹੇ ਸੀ। ਔਰ ਇੱਕ ਪਾਸੇ ਜਿਹੜਾ ਕਿ ਅੰਗਰੇਜ਼ਾਂ ਨੂੰ ਦੂਰ ਕੱਢਣ ਦੇ ਵਾਸਤੇ ਸਿੱਖ ਖਿੱਤੇ ਦੇ ਵਿੱਚ ਉਹ ਵੀ ਸੰਘਰਸ਼ ਚੱਲ ਰਿਹਾ ਸੀਗਾ। ਖੈਰ ਉਹ ਵੀ ਕਿਸ ਮਨਸ਼ਾ ਦੇ ਨਾਲ ਸੀਗਾ, ਸਿੱਖਾਂ ਨੂੰ ਕੀ ਮਿਲਿਆ ਕੀ ਨਹੀਂ ਮਿਲਿਆ ਉਹ ਵੀ ਬਾਅਦ ਦੀ ਗੱਲ ਆ। ਤਾਂ ਵੱਡੀ ਗੱਲ ਇਹ ਹੈਗਾ ਵੀ ਬਹੁਤ ਸਾਰਾ ਕੁਛ ਸਾਂਭ ਨਹੀਂ ਸਕੇ। ਤਾਂ ਮੈਨੂੰ ਇਹ ਜਾਪਦਾ ਵੀ ਕਈ ਚੀਜ਼ਾਂ ਨੂੰ ਅਸੀਂ ਹੁਣ ਪ੍ਰਚਾਰੀਏ ਤੇ ਸ਼ਾਇਦ ਸਾਡੇ ਕੋਲ ਨਾ ਹੋਣ, ਤੇ ਉਹਨਾਂ ਨੂੰ ਸ਼ਾਇਦ ਅਸੀਂ ਕਿਤੇ ਭੁੱਲ ਜਾਈਏ, ਜਾਂ ਉਹਨਾਂ ਨੂੰ ਉਹਨਾਂ ਮਾਨ ਸਤਿਕਾਰ ਯੋਧਿਆਂ ਨੂੰ ਨਹੀਂ ਦੇ ਸਕਦੇ, ਨਹੀਂ ਦੇ ਪਾਉਂਦੇ ਕਈ ਵਾਰੀ, ਕਿਉਂਕਿ ਸਾਡੇ ਕੋਲ ਹਵਾਲੇ ਨਹੀਂ ਹੈਗੇ ਉਹਨੇ। ਪਰ ਜਿਹੜਾ ਸੱਚ ਪਿਆ ਲਾਲਾ ਲਾਜਪਤ ਰਾਏ ਵਰਗਿਆਂ ਦਾ, ਵੀ ਉਹਨੇ ਤਾਂ ਐਡੀ ਗਦਾਰੀ ਕੀਤੀ, ਔਰ ਉਹਨੇ ਉਸ ਜਿਹੜੀ ਲਹਿਰ ਸੀਗੀ, ਆਜ਼ਾਦੀ ਦੀ ਲਹਿਰ ਸੀਗੀ, ਉਹਦੇ ਨਾਲ ਵੀ ਗਦਾਰੀ ਕੀਤੀ ਉਹਨੇ। ਜਿਹਨੂੰ ਸ਼ਹੀਦ ਭਗਤ ਸਿੰਘ ਦੱਸਦੇ ਆ ਵੀ ਇਹ ਤਾਂ ਇੱਕ ਠੱਗ ਸੀਗਾ, ਜਿਹਨੂੰ ਸਾਚੀ ਸਰਦਾਰ ਜੀ ਜਸਵੀਰ ਸਿੰਘ ਜੀ 70,000 ਅੱਜ ਦਾ ਜਿਹੜਾ ਆਪਾਂ ਕਹਦੇ ਕਿ 70,000 ਡਾਲਰ ਜਾਂ 70,000 US ਡਾਲਰ
ਉਦੋਂ ਉਹਨਾਂ ਨੇ ਯੂਐਸ ਦੇ ਵਿੱਚੋਂ ਭੇਜਿਆ ਸੀ ਨਾ 70,000 ਰੁਪਇਆ, ਉਦੋਂ 100 ਸਾਲ ਪਹਿਲਾਂ ਸੀ ਤਕਰੀਬਨ 100 ਸਾਲ ਪਹਿਲਾਂ ਦਾ ਸੋ 70,000 100 US ਸਾਲ ਡਾਲਰ ਪਹਿਲਾਂ ਅੱਜ ਦਾ 70,000 ਦਾ ਤੁਸੀਂ ਹਿਸਾਬ ਲਾ ਲਓ। ਅੱਜ ਜੇਕਰ ਕਿਸੇ ਨੂੰ 70,000 ਡਾਲਰ ਭੇਜ ਦਈਏ ਤੇ ਉਹ 35 ਲੱਖ ਹੋ ਜਾਊਗਾ ਪੰਜਾਬ ਦਾ। ਚਲੋ ਅੱਜ ਤਾਂ ਮਹਿੰਗਾਈ ਜਾਂ ਬਹੁਤ ਜ਼ਿਆਦਾ ਹੋ ਗਈ, ਉਸ ਵਕਤ ਰੁਪਈਏ ਦਾ ਦੇਖ ਲਓ ਕੀ ਕੁਝ ਆ ਜਾਂਦਾ ਸੀਗਾ। ਅਤੇ ਉਹ 70,000 ਆਇਆ ਕਿੰਨਾ ਵਾਸਤੇ ਸੀ? ਜਿਹੜੇ ਜੇਲ੍ਹਾਂ ਦੇ ਵਿੱਚ ਕੈਦੀ ਅੰਗਰੇਜ਼ ਹਕੂਮਤ ਦੇ ਖਿਲਾਫ ਲੜ ਰਹੇ ਸੀ, ਔਰ ਉਹ ਲਾਲਾ ਜੀ ਜਿਹੜਾ ਕਿ ਗਟਕ ਗਏ। ਤਾਂ ਇਹ ਹੈ ਵੀ ਇਸ ਤਰ੍ਹਾਂ ਦੇ ਬੰਦਿਆਂ ਨੂੰ ਜਦੋਂ ਅਸੀਂ ਪੰਜਾਬ ਕੇਸਰੀ, ਬਹਾਨ, ਬਹਾਦਰ ਕਹਿ ਕੇ ਪ੍ਰਚਾਰਾਂਗੇ ਤੇ ਦੁਨੀਆ ਸਾਹਮਣੇ ਪਈ ਹੈ। ਨਾਲੇ ਇਹ ਕੋਈ ਝੂਠੀਆਂ ਜਾਂ ਸਾਡੀਆਂ ਕੋਈ ਮਿੱਥ ਨਹੀਂ ਹੈਗੀ, ਇਸ ਤਾਂ ਕਿਤਾਬਾਂ ਦੇ ਹਵਾਲਿਆਂ ਦੇ ਕੇ ਗੱਲਾਂ ਕੀਤੀਆਂ। ਕਿ ਨਾ ਮੈਨੂੰ ਯਾਦ ਆ ਗਈ, ਉਹ ਪਹਿਲਾਂ ਇੱਕ ਪ੍ਰਚਾਰਕ ਦੱਸਦੇ ਹੁੰਦੇ ਸਟੇਜ ਤੇ, ਕਹਿੰਦੇ ਕਿਤੇ ਉੱਲੂ ਮਰ ਗਿਆ ਤੇ ਭਾਈ ਕੋਈ ਲਾਗੇ ਸਿਆਣਾ ਬੰਦਾ ਸੀ, ਉਹ ਕਹਿੰਦਾ ਮੈਂ ਕੁੱਤਾ ਕੱਤਾ ਖਾਊਗਾ, ਖੰਭ ਜੇ ਖਿਲਾਰੂ, ਕਹਿੰਦੇ ਕੋਈ ਖੰਘ ਚ ਨਾ ਕੁੱਤਾ ਨਾ ਕਾਂ ਖਾ ਜਾਵੇ, ਜਾਂ ਉਹ ਖੂੰ ਖੂੰ ਮੁੜ ਕੇ ਕਰਦਾ ਫਿਰਦਾ। ਤਾਂ ਉਹਨੇ ਉੱਤੇ ਮਿੱਟੀ ਪਾਤੀ, ਥੋੜੀ ਜਿਹੀ ਉੱਤੇ ਮਿੱਟੀ ਪਾ ਦੇਖੀ, ਦੂਰੋਂ ਵੇਖਿਆ ਕਿਸੇ ਅਨਪੜ੍ਹ ਨੇ, ਕਿਸੇ ਡੇਰੇ ਸਾਧਰੇ ਦੇ ਚੇਲਾ, ਉਹਨੂੰ ਕਿਹਾ ਮਿੱਟੀ ਪਾਈ, ਕੋਈ ਚੱਕਰ ਆ। ਉਹਨੇ ਵੀ ਚੱਕ ਕੇ ਜੀ 2 ਬੁੱਕ ਮਿੱਟੀ ਦੇ ਪਾਤੇ। ਤੀਜੇ ਨੇ ਵੇਖਿਆ, ਉਹ ਕਿਉਂਕਿ ਲੋਕ ਤੁਰ ਕੇ ਉਹ ਜਾਂਦਿਆਂ ਜਾਂਦਾ ਜੀ, ਉਹ ਜਦੋਂ ਦੂਜੇ ਦਿਨ ਮੁੜਿਆ, ਉਹਨੇ ਵੇਖਿਆ ਏਡਾ ਬਣ ਗਿਆ ਉਹ ਟਿੱਬਾ, ਤੇ ਉੱਤੇ ਝੰਡੀ ਲਾਤੀ ਤੇ ਲੋਕ ਲਾਈਨ ਲਾ ਕੇ ਖਲੋਤੇ, ਮਿੱਟੀ ਪਾਈ ਜਾਂਦੇ ਤੇ ਮੱਥਾ ਟੇਕੀ ਜਾਂਦੇ ਆ। ਹੁਣ ਉੱਲੂ ਤਾਂ ਉਹ ਸੂਰਮਾ ਬਣ ਗਿਆ ਜੀ, ਪਤਾ ਨਹੀਂ ਉਹਨੂੰ ਸ਼ਹੀਦ ਦਾ ਦਰਜਾ ਦਿੱਤਾ, ਕਿਹਦਾ ਦਿੱਤਾ, ਤੇ ਸਿਆਣੇ ਬਣੇ ਲੋਕ ਜਿਹੜੇ ਉੱਲੂ ਬਣ ਗਏ। ਤਾਂ ਮੈਨੂੰ ਇਹੀ ਜਾਪਦਾ ਵੀ ਜਾਣ ਬੁੱਝ ਕੇ ਵੀ ਹੁਣ ਜਦੋਂ ਉਹ ਆਇਆ, ਉਹਨੇ ਰੌਲਾ ਵੀ ਪਾਇਆ ਵੀ ਥੱਲੇ ਉੱਲੂ ਦੱਬਿਆ, ਕਿਤੇ ਜਾਗਾ ਤੂੰ ਐਵੇਂ ਇਤਿਹਾਸ ਤੇ ਸ਼ੱਕ ਕਰਦਾ। ਤਾਂ ਇਹ ਗੱਲਾਂ ਜਿਹੜੀਆਂ ਹੁੰਦੀਆਂ, ਇਸ ਤਰ੍ਹਾਂ ਮੈਨੂੰ ਜਾਪਦਾ ਵੀ ਕਈ ਉੱਲੂ ਜਿਹੜੇ ਉਹ ਸੂਰਮੇ ਬਣੇ ਬੈਠੇ ਇਤਿਹਾਸ ਦੇ ਵਿੱਚ। ਤਾਂ ਆਓ ਅਸੀਂ ਇਹ ਮਿੱਟੀ ਪੁੱਟ ਕੇ ਵੇਖੀਏ ਪਿੱਛੇ ਥੱਲੋਂ ਨਿਕਲਦਾ ਕੀ ਹੈ। ਜੀ ਧੰਨਵਾਦ ਜਸਵੀਰ ਸਿੰਘ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।